ਕਾਂਸ਼ੀ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਵੱਲੋਂ ਪ੍ਰੇਮ ਭਰੀ ਨਮਸਕਾਰ। ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਪਿਆਰੇ ਦਰਸ਼ਕੋ, ਮੈਂ ਤੁਹਾਡਾ ਬਿਸ਼ਨ ਦਾਸ ਬੈਂਸ ਦੇਸ਼ ਪ੍ਰਦੇਸ਼ ਪ੍ਰੋਗਰਾਮ ਲੈ ਕੇ ਪੇਸ਼ ਹੋਇਆ ਹਾਂ ਔਰ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਮੇਰਾ ਸਾਥ ਦੇਣ ਲਈ ਸਮਾਜ ਵੀਕਲੀ ਦੇ ਚੀਫ ਐਡੀਟਰ ਦਵਿੰਦਰ ਚੰਦਰ ਜੀ ਮੇਰਾ ਸਾਥ ਦੇਣਗੇ। ਦਵਿੰਦਰ ਜੀ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ। ਥੈਂਕ ਯੂ ਵੈਰੀ ਮਚ ਜੀ, ਮਿਹਰਬਾਨੀ। ਥੈਂਕ ਯੂ। ਪਿਆਰੇ ਦਰਸ਼ਕੋ, ਅੱਜ ਅਸੀਂ ਇੱਕ ਖਾਸ ਇਸ਼ੂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਜਿਹਦਾ ਕਿ ਭਾਰਤ ਦੇ ਵਿੱਚ ਬਹੁਤ ਦਫਾ ਚਰਚਾ ਹੋ ਚੁੱਕੀ ਹੈ ਔਰ ਉਸ ਇਸ਼ੂ ਦੇ ਵਿੱਚੋਂ ਹੋਰ ਬਹੁਤ ਸਾਰੇ ਇਸ਼ੂ ਨਿਕਲਦੇ ਹਨ ਔਰ ख़ास ਤੌਰ 'ਤੇ ਉਹਦਾ ਅਸੀਂ ਲਿੰਕ ਜਿਹੜਾ ਹੈਗਾ ਉਹ ਅਸੀਂ ਦੇਖਣਾ ਕਿ ਭਾਰਤੀ ਸੰਵਿਧਾਨ ਜੋ ਹੈਗਾ ਉਹਦੇ ਮੁਤਾਬਕ ਉਹ ਲਿੰਕ ਸਹੀ ਹੈ ਜਾਂ ਗਲਤ ਹੈ। ਅਸੀਂ ਇਹ ਜਿਹੜੀ ਚਰਚਾ ਆ ਤੁਹਾਡੇ ਨਾਲ ਬੜੀ ਡਿਟੇਲ ਨਾਲ ਕਰਨੀ ਚਾਹੁੰਦੇ ਹਾਂ ਔਰ ਉਹਦਾ ਇਸ਼ੂ ਇਹ ਹੈਗਾ ਕਿ ਭਾਰਤ ਕੀ ਕਦੀ ਭਾਰਤ ਹਿੰਦੂ ਰਾਸ਼ਟਰ ਸੀਗਾ ਜਾਂ ਆਜ਼ਾਦੀ ਤੋਂ ਬਾਅਦ ਕੀ ਅੱਜ ਭਾਰਤ ਹਿੰਦੂ ਰਾਸ਼ਟਰ ਹੈ ਜਾਂ ਨਹੀਂ ਹੈ, ਜਾਂ ਤੁਹਾਡੇ ਖਿਆਲ ਦੇ ਵਿੱਚ ਭਾਰਤ ਕਦੀ ਹਿੰਦੂ ਰਾਸ਼ਟਰ ਬਣ ਸਕਦਾ ਜਾਂ ਨਹੀਂ ਬਣ ਸਕਦਾ। ਪਿਆਰੇ ਦਰਸ਼ਕੋ, ਇਹ ਮਸਲਾ ਅਸੀਂ ਨਹੀਂ ਸੀ ਟੈਲੀਵਿਜ਼ਨ 'ਤੇ ਲਾਈਵ ਕਰਨਾ ਚਾਹੁੰਦੇ, ਪਰ ਭਾਰਤ ਦੇ ਵਿੱਚ ਬਹੁਤ ਸਾਰੀਆਂ ਕਈ ਇਹੋ ਜਿਹੀਆਂ ਘਟਨਾਵਾਂ ਹੋਈਆਂ ਹਨ। ਅਸੀਂ ਉਹ ਜਿਹੜੀਆਂ ਘਟਨਾਵਾਂ ਹਨ ਉਹਨੂੰ ਵਿਧਾਨ ਦੀ ਕਸੌਟੀ 'ਤੇ ਲਾ ਕੇ ਅਸੀਂ ਇਹ ਪਰਖਣਾ ਹੈਗਾ ਕਿ ਉਹ ਘਟਨਾਵਾਂ ਜਿਹੜੀਆਂ ਹੋਈਆਂ ਹਨ ਉਹ ਵਿਧਾਨ ਦੇ ਮੁਤਾਬਕ ਹਨ ਜਾਂ ਵਿਧਾਨ ਦੇ ਖਿਲਾਫ ਹਨ। ਜੇ ਵਿਧਾਨ ਦੇ ਮੁਤਾਬਕ ਹਨ ਤਾਂ ਠੀਕ ਹੈ, ਕਾਨੂੰਨ ਦੇ ਵਿੱਚ ਆ ਜਾਂਦੀਆਂ। ਜੇ ਵਿਧਾਨ ਦੇ ਖਿਲਾਫ ਹਨ ਤਾਂ ਉਹ ਵਿਧਾਨ ਦੇ ਖਿਲਾਫ ਹੀ ਹਨ, ਪਰ ਉਹਨਾਂ ਘਟਨਾਵਾਂ ਦੇ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋਣੀ ਚਾਹੀਦੀ ਆ। ਕੀ ਉਹ ਕਾਰਵਾਈ ਹੋਈ ਜਾਂ ਨਹੀਂ ਹੋਈ? ਸਭ ਤੋਂ ਪਹਿਲਾਂ ਇਹ ਆ ਕਿ ਭਾਰਤ ਦਾ ਜੋ ਵਿਧਾਨ ਹੈ ਉਹਦਾ ਜਿਹੜਾ ਪ੍ਰੀਐਂਬਲ ਖਰੜਾ ਹੈਗਾ, ਮੈਂ ਡਿਟੇਲ 'ਚ ਨਹੀਂ ਜਾਵਾਂਗਾ, ਉਹ ਸਿਰਫ ਖਰੜਾ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਚਾਹੁੰਦਾ ਕਿ ਵੀ ਦ ਪੀਪਲ ਆਫ ਇੰਡੀਆ ਹੈਵਿੰਗ solemnly resolved to constitute India into a sovereign, socialist, secular, democratic republic and to secure to all the citizens justice, equality, fraternity, assuring the dignity of the individuals and the unity। ਦਾ ਲਾਸਟ ਜਿਹੜਾ ਵਰਡ ਹੈਗਾ ਉਹ ਹੈਗਾ ਮੁਲਕ ਦੀ ਇਕੱਠਤਾ, ਅਖੰਡਤਾ ਜਿਹਨੂੰ ਕਹਿੰਦੇ ਆ, ਇਕੱਠਤਾ। ਮਤਲਬ ਇਹ ਆ ਕਿ ਜਿਹੜਾ ਵਿਧਾਨ ਹੈਗਾ ਹਰ ਇੱਕ ਸ਼ਹਿਰੀ ਨੂੰ, ਜਿਹੜੇ ਉਸ ਟਾਈਮ ਦੇ ਉੱਤੇ ਵਿਧਾਨ ਬਣਾਉਣੇ ਵਾਲੇ ਸੀਗੇ, ਵਿਧਾਨਕ ਕਮੇਟੀ ਦੇ ਕਾਰਕੁਨ ਸੀਗੇ, ਉਹਨਾਂ ਨੇ ਇੱਕ ਇਹ ਸੁਗੰਧ ਲਈ ਸੀਗੀ ਕਿ ਅਸੀਂ ਸਾਰੇ ਹੀ ਭਾਰਤੀ, ਮੈਂ ਪੰਜਾਬੀ ਤੁਹਾਨੂੰ ਦੱਸ ਦਿੰਦਾ, ਅਸੀਂ ਇਹ ਇਸ ਲਈ ਵਾਅਦਾ ਕਰਦੇ ਹਾਂ ਕਿ ਇਹ ਜਿਹੜਾ ਕੰਸਟੀਟਿਊਸ਼ਨ ਹੈਗਾ ਇਹਨੂੰ ਅਸੀਂ ਅਡੋਪਟ ਕਰ ਰਹੇ ਹੈਗੇ ਹਾਂ। ਇਹ ਕਦੋਂ ਸੀ ਜੀ? 15 ਇਹ ਜਿਹੜੀ ਡੇਟ ਸੀਗੀ ਅਡੋਪਟ ਕੀਤਾ 26 ਨਵੰਬਰ 1949 ਨੂੰ ਉਹਨਾਂ ਨੇ, ਮਤਲਬ 26 ਨਵੰਬਰ 1949 ਨੂੰ ਔਰ 26 ਜਨਵਰੀ 1950 ਨੂੰ ਲਾਗੂ ਹੋਇਆ। ਔਰ ਸਿਰਫ ਉਹਦੇ ਵਿੱਚ ਇਹ ਆ ਕਿ ਭਾਰਤ ਇੱਕ ਸੋਵਰਨ ਕੰਟਰੀ ਹੈ ਜਿਹੜਾ ਆਪਣੇ ਆਪ ਦੇ ਵਿੱਚ ਕੋਈ ਵੀ ਕਾਨੂੰਨ ਬਣਾ ਸਕਦਾ ਔਰ ਜਿਹਦਾ ਹੈੱਡ ਵੀ ਹੋਏਗਾ ਉਹ ਵੀ ਚੁਣਿਆ ਹੋਏਗਾ, ਪਾਰਲੀਮੈਂਟ ਵੀ ਚੁਣੀ ਹੋਏਗੀ, ਅਸੈਂਬਲੀਆਂ ਵੀ ਚੁਣੀਆਂ ਹੋਏਗੀਆਂ। ਇੱਕ ਇਹ ਹੈ ਉਹਦੇ ਵਿੱਚ। ਔਰ ਦੂਸਰਾ ਹੈਗਾ ਸੋਸ਼ਲਿਸਟ, ਸੈਕੂਲਰ, ਧਰਮ ਨਿਰਪੱਖ, ਜਿਹਦੇ ਵਿੱਚ ਕੋਈ ਧਰਮ ਦੀ ਇੱਕ ਦੂਜੇ ਦੇ ਖਿਲਾਫ ਕੋਈ ਨਹੀਂ ਹੋਏਗੀ। ਹਰ ਇੱਕ ਨੂੰ ਆਪਣਾ ਧਰਮ ਮੰਨਣ ਦਾ, ਅਡੋਪਟ ਕਰਨ ਦਾ, ਪੂਜਾ ਕਰਨ ਦਾ ਹਰ ਇੱਕ ਨੂੰ ਅਖਤਿਆਰ ਹੋਏਗਾ। ਔਰ ਡੈਮੋਕ੍ਰੈਟਿਕ ਰਿਪਬਲਿਕ, ਉਹ ਜਿਹੜਾ ਸਿਸਟਮ ਹੋਏਗਾ ਉਹ ਇਹ ਆ ਕਿ ਵੋਟਾਂ ਰਾਹੀਂ ਚੁਣ ਕੇ ਜਿਹੜੀ ਪਾਰਲੀਮੈਂਟ, ਜਿਸ ਤਰ੍ਹਾਂ ਮੈਂ ਕਿਹਾ, ਪਾਰਲੀਮੈਂਟ ਹੋਏ ਜਾਂ ਨੁਮਾਇੰਦੇ ਹੋਏ ਜਾਂ ਰਾਜ ਸਭਾ ਹੋਈ ਜਾਂ ਅਸੈਂਬਲੀਆਂ ਹੋਈ ਜਾਂ ਈਵਨ ਪੰਚਾਇਤਾਂ ਤੱਕ ਇਹ ਜਿਹੜਾ ਹੈਗਾ ਹੋਏਗਾ। ਔਰ ਉਹਦੇ ਵਿੱਚ ਇਹ ਆ ਕਿ ਸਾਰੇ ਸ਼ਹਿਰੀਆਂ ਨੂੰ ਬਰਾਬਰ ਦੇ ਹੱਕ, ਜਿਹਦੇ ਵਿੱਚ ਇਨਸਾਫ, ਬਰਾਬਰਤਾ ਔਰ ਭਾਈਚਾਰਾ ਇਹਦੀ ਮਤਲਬ ਉਹਨਾਂ ਨੂੰ ਗਰੰਟੀ ਹੈ।
ਦਵਿੰਦਰ ਜੀ ਇੱਥੇ ਤੱਕ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਵੈਰੀ ਮੱਚ। ਤੁਸੀਂ ਪਹਿਲਾਂ ਪ੍ਰੀਐਮਬਲ ਦੇ ਬਾਰੇ ਚਰਚਾ ਕੀਤੀ ਹੈਗੀ ਆ, ਇਟਸ ਗੁੱਡ। ਇਹ ਕਰਕੇ ਜਿਹੜਾ ਤੁਸੀਂ ਇਹਨੂੰ ਸਬਜੈਕਟ ਨੂੰ ਲਿਆਂਦਾ, ਮੈਨੂੰ ਪਤਾ ਇਹਦਾ ਕੀ ਪਿੱਛੇ ਬੈਕਗਰਾਉਂਡ ਹੈਗੀ, ਕਿਉਂਕਿ ਭਾਰਤ ਦੇ ਵਿੱਚ ਅੱਜ ਬਹੁਤ ਸਾਰੀਆਂ ਤਾਕਤਾਂ ਇਹੋ ਜਿਹੀਆਂ ਹਨ, ਮਤਲਬ ਇੱਕ ਹੀ ਗਰੁੱਪ ਹੈਗੇ ਜਿਹੜੇ ਸੰਵਿਧਾਨ ਤੋਂ ਅਲਰਜੀਕ ਆ, ਜਿਹੜੇ ਸਮਾਜ ਵਿੱਚ ਬਰਾਬਰਤਾ ਭਾਈਚਾਰਾ ਨਹੀਂ ਚਾਹੁੰਦੇ, ਜੀ ਜਿਹੜੇ ਚਾਹੁੰਦੇ ਕਿ ਹਿੰਦੁਸਤਾਨ ਹੋਣਾ ਚਾਹੀਦਾ, ਸੋ ਜਿਹੜਾ ਕਿ ਭਾਰਤ ਦਾ ਜਿਹੜਾ ਮਾਹੌਲ ਹੈਗਾ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ। ਬਿਲਕੁਲ ਮੈਂ ਇਹ ਸਮਝਦਾ ਕਿ ਪਹਿਲਾਂ ਇਹਦਾ ਥੋੜ੍ਹਾ ਜਿਹਾ ਦੱਸ ਲਵਾਂ। ਮੈਂ ਇਹ ਸਮਝਦਾ ਕਿ ਕਰਕੇ ਜਿਹੜਾ ਹੁਣ ਵੈਸਟ ਬੰਗਾਲ ਦਾ ਇਲੈਕਸ਼ਨ ਹੋਇਆ, ਉਹ 'ਚ ਭਾਰਤੀ ਜਨਤਾ ਬੁਰੀ ਤਰ੍ਹਾਂ ਹਾਰੀ ਆ, ਔਰ ਉਸ ਤੋਂ ਬਾਅਦ ਯੂਪੀ ਦੇ ਵਿੱਚ ਜਿਹੜੀਆਂ ਪੰਚਾਇਤ ਇਲੈਕਸ਼ਨ ਹੋਏ ਆ ਜੀ, ਉਹਦੇ ਵਿੱਚ ਵੀ ਜਿਹੜੀ ਭਾਰਤੀ ਜਨਤਾ ਪਾਰਟੀ ਨੂੰ ਲੋਕਾਂ ਨੇ ਨਕਾਰਿਆ ਬਹੁਤ ਜ਼ਿਆਦਾ। ਹੁਣ ਗਾਹਾਂ ਜਿਹੜੇ ਬਹੁਜਨ ਆਪਣੇ ਯੂਪੀ ਦੇ ਵਿੱਚ ਅਗਲੇ ਸਾਲ 2022 ਦੇ ਵਿੱਚ ਇਲੈਕਸ਼ਨ ਹੋਣੇ ਆ, ਔਰ ਯੂਪੀ ਦੇ ਵਿੱਚ ਇਲੈਕਸ਼ਨ ਜਿੱਤਣਾ ਬਹੁਤ ਇੰਪੋਰਟੈਂਟ ਆ। ਬਿਲਕੁਲ। ਪਰ ਸਾਨੂੰ ਪਤਾ ਕਿ ਇਹਨਾਂ ਨੇ ਇਹ ਹਰ ਜਿਹੜੇ ਹੈਗੇ ਫੀਲਡ ਦੇ ਵਿੱਚ ਫੇਲ ਹੋਏ ਆ, ਇਕੋਨਮੀ ਵਿੱਚ ਫੇਲ ਹੋਏ ਆ, ਇਹ ਜਿਹੜੀ ਅਨਇੰਪਲੋਇਮੈਂਟ ਵਿੱਚ ਵੀ ਫੇਲ ਹੋਇਆ, ਅਨਇੰਪਲੋਇਮੈਂਟ ਸਿਖਰ 'ਤੇ ਆ, ਔਰ ਕਰੋਨਾ ਵਾਇਰਸ ਜਿਹੜਾ ਉਹਨੂੰ ਕੰਟਰੋਲ ਨਹੀਂ ਕਰ ਸਕੇ, ਔਰ ਕਿਸਾਨਾਂ ਦਾ ਜਿਹੜਾ ਮੋਰਚਾ ਹੈਗਾ ਉਹ ਹਾਲੇ ਵੀ ਚੱਲ ਰਿਹਾ, ਉਹਨਾਂ ਨੂੰ ਸੁਲਝਾ ਨਹੀਂ ਸਕੇ, ਔਰ ਮਤਲਬ ਕਿਸੇ ਵੀ ਜਿਹੜੇ ਹੈਗੇ ਪਹਿਲੂ ਤੋਂ ਇਹ ਜਿਹੜਾ ਇੱਕ ਸਰਕਾਰ ਦੇ ਕੰਮ ਹੁੰਦੇ ਆ ਉਹਦੇ ਵਿੱਚ ਫੇਲ ਹੋਏ ਆ। ਔਰ ਮੈਂ ਸਮਝਦਾ ਕਿ ਜਿਹੜੀ ਇਹ ਗੱਲਾਂ ਕਰਦੇ ਹੈਗੇ ਕਿ ਉਹਨੂੰ ਇਹ ਹੁਣ ਧਾਰਮਿਕ ਰੰਗ ਦੇ ਕੇ ਇਹਨੂੰ ਭਾਰਤ ਦੇ ਮਾਹੌਲ ਨੂੰ ਖਰਾਬ ਕਰਕੇ ਮੁੜ ਕੇ ਪਾਵਰ 'ਚ ਬਣੇ ਰਹਿਣ ਦੀ ਕੋਸ਼ਿਸ਼ ਕਰਦੇ ਆ। ਕਿਉਂਕਿ ਹੁਣ ਇਹ ਜਿਹੜੇ ਬੰਦੇ ਹੈਗੇ ਆ, ਇਹ ਜਿਹੜੀ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ ਸਾਰਿਆਂ ਦੇ ਖਿਲਾਫ ਇਹ ਗੱਲ ਨਹੀਂ ਕਰ ਸਕਦੇ। ਸ਼ਡਿਊਲਡ ਕਾਸਟ, ਸ਼ਡਿਊਲਡ ਟਰਾਈਬਸ, ਬੈਕਵਰਡ ਕਲਾਸਿਸ ਦੇ ਖਿਲਾਫ ਗੱਲ ਕਰਕੇ ਇਹ ਵੋਟਾਂ ਨਹੀਂ ਲੈ ਸਕਦੇ। ਬਿਲਕੁਲ। ਸੋ ਇਹ ਇੱਕ ਕਮਿਊਨਿਟੀ ਨੂੰ ਪਿਕ ਕਰਦੇ ਆ। ਸੋ ਉਹਦੇ ਵਿੱਚ ਆਪਾਂ ਦੇਖਦੇ ਹੈਗੇ ਜਿਹਨੂੰ ਇਹ ਟਾਰਗੇਟ ਕਰਦੇ ਹੈਗੇ ਆ। ਸੋ ਜੇ ਤੁਸੀਂ ਕਹੋ ਤਾਂ ਕਲਿੱਪ ਦਿਖਾ ਕੇ ਤਾਂ ਆਪਾਂ ਫਿਰ ਗੱਲ ਅੱਗੇ ਤੋਰਦੇ ਆ। ਸੋ ਮਤਲਬ ਇਹ ਜਿਹੜਾ ਮਾਹੌਲ ਭਾਰਤ ਦਾ ਖਰਾਬ ਕਰਨ ਲੱਗੇ ਹੈਗੇ ਆ, ਇੱਕ ਚਾਹੁੰਦੇ ਕਿ ਸਿਵਲ ਵਾਰ ਦੀ ਤਰ੍ਹਾਂ ਦੇ ਹਾਲਾਤ ਹੋ ਜਾਣ, ਔਰ ਮੁੜ ਕੇ ਜਿਹੜੇ ਯੂਪੀ ਦੇ ਵਿੱਚ ਇਹਨਾਂ ਨੂੰ ਇਲੈਕਸ਼ਨ ਜਿੱਤਿਆ ਜਾਵੇ, ਔਰ ਜਿਹੜਾ ਉਸ ਤੋਂ ਬਾਅਦ ਫਿਰ ਕਰਕੇ ਜੇ ਯੂਪੀ ਦੇ ਵਿੱਚ ਇਹ ਇਲੈਕਸ਼ਨ ਨਹੀਂ ਜਿੱਤਦੇ ਤਾਂ 2024 ਦਾ ਜਿਹੜਾ ਇਲੈਕਸ਼ਨ ਹੈਗਾ ਪਾਰਲੀਮੈਂਟਰੀ ਇਲੈਕਸ਼ਨ ਜਿਹੜਾ ਉਹ ਜਿੱਤਣ ਦਾ ਇਹਨਾਂ ਦਾ ਕੋਈ ਚਾਂਸ ਨਹੀਂ ਹੈ। ਬਿਲਕੁਲ। ਪਿਆਰੇ ਦਰਸ਼ਕੋ, ਦਵਿੰਦਰ ਹੁਣੀ ਇਹ ਦੱਸਿਆ ਕਿ ਸਾਰਾ ਕਿੱਸਾ ਕੁਰਸੀ ਦਾ, ਔਰ ਕੋਈ EVM ਮਸ਼ੀਨਾਂ ਨਾਲ, ਕੋਈ ਵੋਟਾਂ ਨਾਲ, ਕੋਈ ਧੱਕੇ ਨਾਲ, ਕੋਈ ਚੋਰੀ ਨਾਲ, ਕੋਈ ਜ਼ਬਰਦਸਤੀ, ਸਾਰਾ ਕਿੱਸਾ ਕੁਰਸੀ ਦਾ ਹੈਗਾ। ਔਰ ਤੁਸੀਂ ਬੰਗਾਲ ਦੇ ਵਿੱਚ ਵੀ ਦੇਖਿਆ ਡਿਊਰਿੰਗ ਦਾ ਇਲੈਕਸ਼ਨ ਔਰ ਇਲੈਕਸ਼ਨ ਤੋਂ ਬਾਅਦ ਵੀ ਤਸ਼ੱਦਦ ਉੱਥੇ ਕਲੈਸ਼ ਜਿਹੜੇ ਹੈਗੇ ਆ ਉਹ ਸ਼ੁਰੂ ਰਹੇ ਹਨ। ਔਰ ਇਲੈਕਸ਼ਨੀਅਰਿੰਗ ਜਿਹੜੀ ਚੱਲੀ ਉੱਥੇ, ਉਹ ਇਲੈਕਸ਼ਨੀਅਰਿੰਗ ਨਹੀਂ ਸੀ, ਉਹ ਮਹਾਭਾਰਤ ਦਾ ਯੁੱਧ ਸੀਗਾ। ਇੱਦਾਂ ਜਿਹੜੇ ਮਹਾਭਾਰਤ ਦੀ ਤੁਸੀਂ ਦੇਖਦੇ ਹੈਗੇ ਆ ਸੀਰੀਅਲ, ਉਹਦੇ ਵਿੱਚ ਤੁਸੀਂ ਦੇਖੇ ਹੋਣੇ ਆ ਕਿ ਕਿਸ ਤਰ੍ਹਾਂ ਉਹ ਰੱਥ ਜਾਂਦੇ ਇੱਕ ਦੂਜੇ ਦੇ ਖਿਲਾਫ, ਰੱਥਾਂ ਦੇ ਉੱਤੇ, ਔਰ ਅਟੈਕ ਕਰਨ ਜਾਂਦੇ। ਇਸੇ ਤਰ੍ਹਾਂ ਇਹ ਜੋ ਕੁਛ ਵੀ ਸੀਗਾ ਰੱਥਾਂ ਦੇ ਉੱਤੇ ਅਟੈਕ ਚੜ੍ਹ ਕੇ ਅਟੈਕ ਕਰਦੇ ਸੀਗੇ। ਔਰ ਉਹ ਸਾਰੇ ਅਟੈਕ ਨੂੰ ਜਿਹੜਾ ਸੀਗਾ ਅਸੀਂ ਨਹੀਂ ਲੈਂਦੇ, ਸਾਰੇ ਅਟੈਕ ਨੂੰ ਉਹਨਾਂ ਨੇ ਜਿਹੜਾ ਧਾਰਮਿਕ ਰੰਗ ਦਿੱਤਾ ਸੀਗਾ। ਬਿਲਕੁਲ। ਔਰ ਅਸੀਂ ਅੱਗੇ ਜਾਣ ਤੋਂ ਪਹਿਲਾਂ ਤੁਹਾਡੇ ਸਾਹਮਣੇ ਇੱਕ ਕਲਿੱਪ ਪੇਸ਼ ਕਰਨੀ ਚਾਹੁੰਦੇ, ਬਿਲਕੁਲ ਛੋਟੀ ਜਿਹੀ ਆ, ਵੈਸਟ ਬੰਗਾਲ ਦੀ ਆ, ਇਹ ਵੀ ਬੰਗਾਲ ਦੀ ਹੈਗੀ ਆ, ਔਰ ਇਹ ਇੱਕ ਨਮੂਨਾ ਆ। ਇਹੋ ਜਿਹੀਆਂ ਗੱਲਾਂ ਬਹੁਤ ਹੈਗੀਆਂ ਜਿਹੜੀਆਂ ਕਿ ਗਾਹੇ ਬਗਾਹੇ ਇਹ ਕਰਦੇ ਰਹਿੰਦੇ ਔਰ ਹੁੰਦੀਆਂ ਰਹਿੰਦੀਆਂ ਹਨ। ਔਰ ਉਹ ਜਿਹੜੀਆਂ ਵੀ ਹੈਗੀਆਂ ਗੱਲਾਂ ਹੈਗੀਆਂ ਵਿਧਾਨ ਦੇ ਖਿਲਾਫ ਹੈ, ਭਾਰਤ ਨੂੰ ਪਾੜਨ ਦੇ ਲਈ ਔਰ ਡਿਵਾਈਡ ਐਂਡ ਰੂਲ ਕਰਨ ਦੇ ਲਈ ਉਹ ਵਰਤੀਆਂ ਜਾਂਦੀਆਂ ਹਨ। ਜਿਹੜੀ ਮਾਈਨੋਰਿਟੀ ਹੈਗੀ ਆ ਉਹਨਾਂ ਨੂੰ ਗੁੰਮਰਾਹ ਕਰਨ ਲਈ, ਕਿਉਂਕਿ ਅਨਪੜ੍ਹ ਜ਼ਿਆਦਾ ਹੈਗੇ ਆ, ਉਹਨਾਂ ਨੂੰ ਗੁੰਮਰਾਹ ਕਰਨ ਲਈ, ਹੋਰ ਪਾਸੇ ਪਾਉਣ ਲਈ ਉਹ ਜਿਹੜੀਆਂ ਗੱਲਾਂ ਹੈਗੀਆਂ ਉਹ ਕਰਦੇ ਆ ਔਰ ਉਹਨਾਂ ਨੂੰ ਵਰਤਦੇ ਆ। ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਹਾਂ। ਪਰ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਕਲਿੱਪ ਦੇਖਿਓ। टेक्नीशियन जी प्लीज़ विजय दिखाओ जरा। पश्चिम बंगाल में हो रही हिंसा, ऐसा है कि हमसे थोड़ा समय मांगा गया है, तो वहाँ विधिक कार्रवाई जो है करने के लिए मुझे आश्वासन मिला है कि संविधान की रक्षा हर संभव में की जाएगी और वहाँ जांच की जा रही है। जो लोग जो है इस तरह से अनलीगल असंवैधानिक कदम उठाए हैं
तो हमने जो है तो 2 अक्टूबर 2021 तक के लिए समय दिया है। अगर 2 अक्टूबर 2021 तक भारत को यदि हिंदू राष्ट्र घोषित नहीं किया गया, ईसाइयों और मुसलमानों की नेशनलिटी ख़त्म नहीं की गई, तो फिर 2 अक्टूबर गांधी जयंती के दिन मैं सरजू जी में जल समाधि लूँगा। क्योंकि देश का विभाजन हिंदू मुसलमान के नाम पर हुआ है और मुसलमानों ने उस समय जो है कहा कि हम हिंदुओं के साथ नहीं रह सकते हैं, हमको अलग देश चाहिए, और पाकिस्तान बांग्लादेश उनको दिया गया जो मुस्लिम देश घोषित हो गया। तो कम से कम दुनिया में एक देश तो हिंदुओं के लिए बचे। आज दुर्भाग्य है कि वेस्ट बंगाल में जितने यहाँ के मुसलमान हैं वो भी रोहिंग्याओं के साथ मिलकर के एक तरफ से हिंदुओं की हत्या कर रहे हैं, और उसी तरह जो है तो तमिलनाडु में हो रहा है, केरल में हो रहा है। जहाँ भी मुस्लिम आबादी ज़्यादा है उनको पाकिस्तान से प्रेम है, लेकिन हिंदू और हिंदुस्तान से नफरत है। ये हिंदू और हिंदुस्तान के वजूद को मिटाना चाहते हैं। इसलिए अब आवश्यक है कि भारत को हिंदू राष्ट्र घोषित किया जाए, और अगर ऐसा नहीं होगा तो मैं जगत गुरु परमहंस आचार्य पीठ स्थित तपस्वी छावनी राम घाट अयोध्या से हमने इनको 4 महीने का समय दिया है, नहीं तो गांधी जयंती के दिन 2 अक्टूबर 2021 को सरजू जी में जल समाधि लूँगा। आशा करता हूं कि आदरणीय प्रधानमंत्री नरेंद्र मोदी जी के नेतृत्व में संविधान की रक्षा के लिए यह महत्वपूर्ण कदम जरूर उठाया जाएगा। कि जब वहां की स्थिति से पता लगा कि जब वहां राज्यपाल महोदय पीड़ितों से मिलने के लिए गए, तो जिस तरह से वहां के मुस्लिम समुदाय ने, रोहिंग्याओं ने उनके साथ में जो बदसलूकी किया, इससे ये पता लग रहा है कि अब पूरे देश में मुसलमानों की नागरिकता समाप्त होनी चाहिए, भारत हिंदू राष्ट्र घोषित होना चाहिए। नहीं तो 13 बार भारत के बंटवारा हो चुका है और अब स्थिति में भारत नहीं है कि फिर से ये बंटवारा झेल सके। तो इसलिए राष्ट्र की एकता और अखंडता के लिए चाहे जान चले जाए, लेकिन मुसलमानों की नागरिकता समाप्त होनी चाहिए, भारत हिंदू राष्ट्र घोषित होना चाहिए, और इसके लिए हमने 4 महीने का समय दिया है। महाराज जी, अगर वो यहाँ शरणार्थी बन के रहेंगे, जब यहाँ पार्टीशन नहीं हो रहा था, हिंदुओं ने कहा कि नहीं हम भाई भाई हैं, मिल के रहेंगे, तो उस समय जो है 16 अगस्त 1946 को मुस्लिम लीग ने जिन्ना के कहने पर डायरेक्ट एक्शन डे का फरमान जारी किया, जिसमें कई लाख हिंदुओं, कई लाख सिखों की हत्या हुई थी, जिसको कलकत्ता किलिंग के नाम से जाना जाता है। तो जब वो देश बट गया, धर्म के नाम पर बटा, उनको अलग देश मिल गया, और पाकिस्तान बांग्लादेश में हिंदुओं की नेशनलिटी नहीं है, इसलिए हिंदुस्तान में इनकी नेशनलिटी खत्म होनी चाहिए। अगर इन्हें रहना है तो ये शरणार्थी बन के रहेंगे। लेकिन प्यारे दर्शकों, जिहड़ी क्लिप असीं दिखाई आ, ये बिल्कुल ये साबित करदी आ। हैलो जी, जय गुरुदेव, जय पी, कौन ते कित्थों साहब जी? हाँ जी, मैं कहना जय भीम जय भारत, मैं राम चुमरूल। हाँ जी, हाँ जी, चुमर जी। हाँ जी, मैं एक बात करना चाहूँगा जी। जो आपका टॉपिक ठीक है, जो दिखाया ठीक है जी। और बात ये है, मैं ये कहते हैं बांग्लादेश के बारे में, यही आपने दिखाया ना बंगाल में क्या हो रहा। जी। पर बंगाली जो थे पाकिस्तान में गए, उनको निकाल दिया जी। जब इंडिया में आए जी, यही जो गवर्नमेंट ने कहा, हाय सत्यानाश हो गया जी। इन्हें घर कहाँ देखे, काम कौन है, ये करके जी। वेन साहब प्लीज हादसे मत जय। थैंक यू जी। मैं थोड़ी वो कर देना प्लीज। थैंक यू जी। थैंक यू। प्यारे दर्शकों, जिहड़ी क्लिप तुहानूं दिखाई है, ਉਹਦੇ ਤੇ एक गल तो मैं शुरू इत्थों ही करूँगा कि भारत जिहड़ा 200 साल तकरीबन अंग्रेज़ों के अंदर रहा, उस टाइम ते इन्हां ने कभी भी ये नहीं कहा कि अंग्रेज़ों सानू ये हिंदुस्तान या हिंदी दे दिओ। हैलो जी, जय गुरुदेव, जय पी, कौन ते कित्थों साहब जी? हेलो जी। हैलो, जय गुरुदेव जी। जय गुरुदेव, जय पी जी, कौन साहब जी? मैं दिलीप नाहर बोल रहा जी। हाँ जी, चाल साहब की कहना चाहते हैं? मैं ये कहना चाहना है कि जो कलेक्ट दिखाई है, जो पहले भी बाबू साहब ने क्या आया और देवेंद्र जी ने क्या आया, जी। हिंदुस्तान पहले स्थिति में सारी गल समझ ली है।
ਕਿ 1950 ਤੋਂ ਪਹਿਲਾਂ ਤੇ ਕਈ ਨਾਲ ਹਿੰਦੁਸਤਾਨ ਕਹਿੰਦੇ ਮੇਰਾ ਆਪਣਾ ਆਈਡੀਆ ਆ ਇਹ ਚੀਜ਼ ਦੇ ਵੀ 1950 ਤੋਂ ਬਾਅਦ ਜਿਹੜਾ ਆਇਆ ਉਹ ਭਾਰਤ ਵਰਸ਼ ਆ। ਨੰਬਰ 1 ਅੱਜ ਦੇ ਸਾਰੇ ਲੋਕ ਜਿਹੜਾ ਹੈ ਦਲਿਤ ਵਰਗ ਵੀ OBC ਵੀ SC ਵੀ ਸਾਰੇ ਸਮਝ ਗਏ ਹਨ ਕਿ 27/5 ਇੱਕ ਰਿਪੋਰਟ ਆ ਮੇਰੇ ਕੋਲ, ਉਹ ਨਿਊਜ਼ ਤੇ ਆਇਆ ਸੀਗਾ। ਉੱਥੇ ਯੂਪੀ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਹੱਥਾਂ ਦੇ ਵਿੱਚ ਪੈਰਾਂ ਵਿੱਚ ਕਿੱਲ ਠੋਕੇ ਗਏ ਕਿਉਂਕਿ ਉਹਨਾਂ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਮੇਰਾ ਖਿਆਲ ਹੋ ਵੀ ਮੇਰੇ ਕਈ ਭੈਣ ਭਰਾਵਾਂ ਨੇ ਇਹ ਜ਼ਰੂਰ ਅੱਜ ਤੱਕ ਦੀ ਨਿਊਜ਼ ਜ਼ਰੂਰ ਦੇਖੀ ਹੋਏਗੀ। ਹੁਣ ਅਸੀਂ ਕਿੱਦਾਂ ਇਹ ਜਿਹੜਾ ਮਨੋਭਾਵ ਦੁਬਾਰਾ ਲਿਆਉਣਾ ਚਾਹੁੰਦੇ, ਤੁਸੀਂ ਇੱਥੇ ਦੇਖ ਲਓ ਕਿ ਪਹਿਲੋਂ ਵੀ ਸਾਡੇ ਦਾ ਕੰਨਾਂ ਤੇ ਛਿੱਕਾ ਜਾਂ ਸ਼ੀਸ਼ਾ ਢਾਲ ਕੇ ਪਾਇਆ ਜਾਂਦਾ ਸੀ। ਇਹ ਸਾਨੂੰ ਸੋਚਣਾ ਚਾਹੀਦਾ ਅਸੀਂ ਸੰਵਿਧਾਨ ਦੀ ਰਾਖੀ ਕਰਨੀ ਆ ਔਰ ਹਿੰਦੂਇਜ਼ਮ ਨੂੰ ਅਸੀਂ ਹੋਣ ਨਹੀਂ ਦੇਣਾ। ਹੁਣ ਉਹ ਜਿਹੜਾ ਵਕਤ ਆ ਉਹ ਚਲੇ ਗਿਆ ਹੈ। ਲੋਕ ਜਿਹੜੇ ਗਰੀਬ ਜ਼ਰੂਰ ਆ ਉਹ ਜਾਗਰੂਕ ਜ਼ਰੂਰ ਹੋ ਗਏ ਆ। ਆਰਥਿਕ ਪੱਖ ਜ਼ਰੂਰ ਕਮਜ਼ੋਰ ਆ ਪਰ ਉਹ ਸਮਝਣ ਲੱਗ ਗਏ ਕਿ ਸਾਡੇ ਲਈ ਕੀ ਚੀਜ਼ ਚੰਗੀ ਹੈ ਕੀ ਮਾੜੀ ਆ। ਉਹ ਸੰਵਿਧਾਨ ਦੀ ਰਾਖੀ ਕਰਨ ਲਈ ਤਿਆਰ ਆ। ਹਿੰਦੂਇਜ਼ਮ ਦੇ ਜਿਹੜੇ ਮਨੋਵਾਦੀ ਹਿੰਦੂ ਆ ਮੈਂ ਉਹਨਾਂ ਤੋਂ ਹਮੇਸ਼ਾ ਬਾਤ ਤੇ ਕਿਹਾ ਸਾਰੇ ਹਿੰਦੂਆਂ ਨੇ ਕਈ ਹਿੰਦੂ ਅੱਛੇ ਵੀ ਆ ਜਿਹੜੇ ਕਿ ਸੰਵਿਧਾਨ ਦੀ ਰਾਖੀ ਕਰਦੇ ਆ। ਬਿਲਕੁਲ ਸਾਰੇ ਹਿੰਦੂ ਨਹੀਂ ਮਾੜੇ, ਅੱਛੇ ਵੀ ਸੰਵਿਧਾਨ ਦੇ ਮੁਤਾਬਕ ਚੱਲਦੇ ਆ। ਸੋ ਮੈਂ ਇੰਨਾ ਹੀ ਕਹਿਣਾ ਚਲੋ ਸਾਡੇ ਸਾਲੇ ਇਸ ਸਮੇਂ ਦੇ ਵਿੱਚ ਸਾਰਿਆਂ ਨੇ ਦੇਖਿਆ ਆ ਪੈਰਾਂ ਤੇ ਪਹਿਲੇ ਹੱਥਾਂ ਤੇ ਪਹਿਲੇ ਮੇਰੀਆਂ ਮਾਵਾਂ ਭੈਣਾਂ ਦੇ ਟੋਕੇ ਗਏ ਆ, ਮੇਰੀ ਅੱਖਾਂ 'ਚ ਖੁਦ ਰੋਣ ਆ ਗਿਆ ਸੀ। ਤੇ ਇਹ ਜਿਹੜੀ ਚੀਜ਼ ਨੂੰ ਅਸੀਂ ਰੋਕਣਾ ਕਿਵੇਂ ਆ? ਅੱਜ ਨਾਲ ਅਸੀਂ ਰੋਕਿਆ ਤਾਂ ਸਾਡੀ ਜਨਰੇਸ਼ਨ ਜਿਹੜੀ ਆਉਣ ਵਾਲੀ ਸਾਡੀ ਨਸਲ ਆ ਉਹ ਤਾਂ ਬਣ ਜੂ, ਉਹ ਤਾਂ ਗੁਲਾਮ ਹੀ ਰਹੂਗੀ ਪਹਿਲੇ ਦੀ ਤਰ੍ਹਾਂ। ਸਾਨੂੰ ਇਹਦਾ ਸਾਹਮਣਾ ਕਰਨਾ ਚਾਹੀਦਾ। ਹੋਰ ਵੀ ਕਾਦਰ ਕੋ ਤਿਆਰ ਹੋਣਗੇ। ਮੈਂ ਇੰਨਾ ਹੀ ਦੱਸਣਾ ਚਾਹੁੰਦਾ ਸੀ। ਮੈਂ ਦਵਿੰਦਰ ਜੀ ਦਾ ਬਹੁਤ ਵਿਸ਼ੇ ਦਾ ਬੜਾ ਧੰਨਵਾਦ ਕਰਦਾ, ਟਾਈਮ ਦੇਣ ਦਾ ਬਹੁਤ ਬਹੁਤ ਆਪਦਾ ਧੰਨਵਾਦ ਜਿਹਨੇ ਟਾਈਮ ਦਿੱਤਾ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ। ਮੈਂ ਪਿਆਰੇ ਦਰਸ਼ਕੋ ਇਹ ਦੱਸਣਾ ਚਾਹੁੰਦਾ ਸੀਗਾ ਪਹਿਲਾਂ ਤਾਂ ਗੱਲ ਇਹ ਆ ਕਿ ਜਿਹੜਾ ਹਿੰਦੂ ਜਾਂ ਹਿੰਦੂ ਸਤਾਨ ਦੀ ਗੱਲ ਹੈਗੀ ਆ ਇਹ ਇੱਕ ਪਰਸ਼ੀਅਨ ਲਫ਼ਜ਼ ਹੈਗਾ, ਬਾਹਰੋਂ ਅਰਬਾਂ ਤੋਂ ਇਹ ਆ ਕੇ ਗਿਆ ਆ। ਹਾਂਜੀ। ਔਰ ਦੂਸਰਾ ਇਹ ਹੈਗਾ ਕਿ ਵੈਰੀ ਕਲੋਜ਼ ਇੱਦਾਂ ਨਹੀਂ ਗਿਆ ਹੈਗਾ ਕਿ ਮਾਈਂਡ ਨਾ ਕਰੋ ਤਾਂ ਇਜਾਜ਼ਤ ਦਿਓ ਤਾਂ ਫੇਰ ਤੁਸੀਂ ਦੱਸ ਦਿਓ। ਮੈਂ ਜ਼ਿਆਦਾ ਟਾਈਮ ਨਹੀਂ ਉੱਤੇ ਗਾਉਣਾ ਚਾਹੁੰਦਾ। ਹਾਂਜੀ। ਇਹ ਇੱਕ ਅਰਬੀ ਲਫ਼ਜ਼ ਹੈਗਾ, ਪਰਸ਼ੀਅਨ ਲਫ਼ਜ਼ ਹੈਗਾ ਜਿਹੜਾ ਕਿ ਭਾਰਤ ਦੇ ਵਿੱਚ ਇਹ ਲੈ ਕੇ ਗਏ ਉਹ ਹੈ ਜਿਹੜੇ ਹਮਲਾਵਰ ਸੀਗੇ ਭਾਰਤ ਨੂੰ ਲੁੱਟਣ ਵਾਲੇ ਲੁਟੇਰੇ ਲੈ ਕੇ ਗਏ ਸੀਗੇ। ਅੱਛਾ ਦੂਸਰੀ ਗੱਲ ਇਹ ਹੈਗੀ ਆ, ਲੰਮੀ ਹਿਸਟਰੀ ਵੱਲ ਨਹੀਂ ਜਾਣਾ ਸੀ, ਇਹ ਆ ਕਿ ਅੰਗਰੇਜ਼ ਤਕਰੀਬਨ 200 ਸਾਲ ਉੱਥੇ ਰਹੇ ਆ। ਕਦੀ ਇਹਨਾਂ ਨੇ ਅੰਗਰੇਜ਼ਾਂ ਦੇ ਕੋਲੋਂ ਹਿੰਦੁਸਤਾਨ ਨਹੀਂ ਮੰਗਿਆ ਸੀਗਾ, ਭਾਰਤ ਮੰਗਿਆ ਸੀਗਾ। ਔਰ ਜਿਸਲੇ ਆਜ਼ਾਦੀ ਦਾ ਫੈਸਲਾ ਹੁੰਦਾ ਸੀਗਾ ਪਿਆਰੇ ਦਰਸ਼ਕੋ 1930 31 32 ਜਿਹੜੀਆਂ ਗੋਲਮੇਜ ਕਾਨਫਰੰਸਾਂ ਸੀਗੀਆਂ ਉੱਥੇ ਜਿਸਲੇ ਇਹ ਗੱਲ ਹੋਈ ਉੱਥੇ ਮੁਸਲਮਾਨਾਂ ਨੇ ਕਿਹਾ ਕਿ ਸਾਨੂੰ ਜਿਹੜਾ ਹੈਗਾ ਪਾਕਿਸਤਾਨ ਜੁਦਾ ਦੇ ਦਿਓ। ਠੀਕ ਹੈ। ਔਰ ਬਾਕੀ ਜਿਹੜੇ ਸੀਗੇ ਉਹ ਕਹਿੰਦੇ ਵੀ ਅਸੀਂ ਇੱਕ ਪਾਸੇ ਆ ਜਿੰਨੇ ਵੀ ਧਰਮ ਸੀਗੇ। ਪਰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਇਕੱਲੇ ਸੀਗੇ ਜਿਨ੍ਹਾਂ ਨੇ ਉੱਠ ਕੇ ਕਿਹਾ ਸੀਗਾ ਕਿ ਨਹੀਂ ਹਿੰਦੂਆਂ ਤੋਂ ਸਿਵਾਏ ਇੱਕ ਹੋਰ ਵੀ ਕੌਮ ਹੈ ਜਿਹੜੀ ਕਿ ਪਛੜੀ ਹੋਆ ਦਲਿਤ ਜਾਂ ਅਨਟੱਚੇਬਲ ਜਿਹਨੂੰ ਮਰਜ਼ੀ ਕਹਿ ਲਓ ਤੁਸੀਂ। ਔਰ ਬਾਬਾ ਸਾਹਿਬ ਨੇ ਕਿਹਾ ਕਿ ਜਿਹਦੀ ਗਿਣਤੀ ਜਾਂ ਪੁੱਛਗਿੱਛ ਕਿਤੇ ਨਹੀਂ ਹੁੰਦੀ ਹੈ। ਸੋ ਇਹ ਕਲਾਸੀਫਿਕੇਸ਼ਨ ਹੈ। ਉਸ ਟਾਈਮ 'ਤੇ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਜਿਹੜੇ ਹਿੰਦੂ ਕੱਟੜਵਾਦੀ ਸੀਗੇ, ਜੇ RSS ਦਾ ਵੀ ਨਾਂ ਲਈਏ 1925 ਦਾ ਹੈਗਾ, ਉਹ ਕਹਿ ਸਕਦੇ ਸੀਗੇ ਕਿ ਸਾਨੂੰ ਹਿੰਦੁਸਤਾਨ ਦਿਓ, ਭਾਰਤ ਨਹੀਂ ਚਾਹੀਦਾ, ਹਿੰਦੁਸਤਾਨ ਦਿਓ। ਨਹੀਂ ਕਿਹਾ। ਔਰ ਕਲਾਸੀਫਿਕੇਸ਼ਨ ਡਿਵੀਜ਼ਨ ਕਿਸ ਤਰ੍ਹਾਂ ਹੋਈ ਦੇਖੋ। ਇਹ ਠੀਕ ਹੈ ਕਿ ਲੈਂਡ ਦੀ ਡਿਵੀਜ਼ਨ ਵੀ ਹੋਈ ਔਰ ਲੋਕਾਂ ਦੀ ਵੀ ਡਿਵੀਜ਼ਨ ਹੋਈ। ਔਰ ਡਿਵੀਜ਼ਨ ਹੋਣ ਦੇ ਬਾਵਜੂਦ ਵੀ ਬੰਗਲਾਦੇਸ਼ ਇੱਕ ਪਾਸੇ ਤਾਂ ਪਾਕਿਸਤਾਨ ਦੂਏ ਪਾਸੇ ਦੋ ਇੱਕ ਮੁਲਕ ਬਣ ਗਏ। ਚਲੋ ਹੁਣ ਜੁਦੇ ਜੁਦੇ ਆ ਔਰ ਇੰਡੀਆ ਗੱਭੇ ਹੋ ਗਿਆ। ਇਸ ਡਿਵੀਜ਼ਨ ਹੋਣ ਦੇ ਬਾਵਜੂਦ ਵੀ ਬਹੁਤ ਸਾਰੇ ਮੁਸਲਮਾਨ ਜਿਹੜੇ ਆ ਉਹ ਇਸ ਵੇਲੇ ਇੰਡੀਆ ਦੇ ਵਿੱਚ ਹੈ। 104-5 ਮਿਲੀਅਨ ਜਿਹੜੇ ਹੈਗੇ ਆ 10.5 ਕਰੋੜ ਤੁਸੀਂ ਲਾ ਲਓ। ਇਹ 2011 ਦੀ ਗਣਨਾ ਦੇ ਮੁਤਾਬਕ ਹੈਗੇ ਆ। ਜਿਹੜੀ ਨਵੀਂ ਆਉਣੀ ਹੈਗੀ ਆ ਹੋ ਸਕਦਾ ਉਹ ਡਬਲ ਹੋ ਜਾਣ ਜਾਂ ਡੇਢੇ ਹੋ ਜਾਣ। ਔਰ ਇਸੇ ਤਰ੍ਹਾਂ ਜਿਹੜੇ ਹਿੰਦੂ ਹੈਗੇ ਆ ਪਿਆਰੇ ਦਰਸ਼ਕੋ ਬੰਗਲਾਦੇਸ਼ ਦੇ ਵਿੱਚ 13 ਮਿਲੀਅਨ ਹਿੰਦੂ ਆ।
ਬੰਗਲਾਦੇਸ਼ ਦੀ 8.5% ਜਿਹੜੀ ਹੈਗੀ ਆਬਾਦੀ ਹਿੰਦੂਆਂ ਦੀ ਆ ਬੰਗਲਾਦੇਸ਼ ਦੇ ਵਿੱਚ, ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਇਹ 4.5 ਮਿਲੀਅਨ 5 ਮਿਲੀਅਨ ਜਿਹੜੀ 2-3% ਜਿਹੜੀ ਆ ਪਾਕਿਸਤਾਨ ਦੀ ਵਿੱਚ ਆਬਾਦੀ ਹੈ। ਸੋ ਉਹ ਜਿਹੜੀ ਡਿਵੀਜ਼ਨ ਸੀਗੀ ਉਹ ਬਿਲਕੁਲ ਐਂਡ ਕੱਟ ਕਰਕੇ ਵੀ ਸਾਰੇ ਇੱਧਰ ਚੱਲ ਜਾਓ ਇੱਧਰ ਚੱਲ ਜਾਓ ਨਹੀਂ ਹੋਏ ਹੈਗੇ। ਔਰ ਹੁਣ ਕੀ ਹੋ ਰਿਹਾ ਹੈਗਾ, ਇੱਕ ਤਾਂ ਜਿਹੜਾ ACCI ਬਣਾਇਆ ਪਈ ਲੈ ਜੀ ਜਿਹੜੇ ਉੱਧਰ ਹੈਗੇ ਆ ਸਾਡੇ ਹਿੰਦੂ ਆ ਜਾਓ ਤੇ ਮੁਸਲਮਾਨ ਨਹੀਂ ਆ ਸਕਦੇ ਜੀ। ਔਰ ਮੈਂ ਇਹ ਦੱਸਣਾ ਚਾਹੁੰਦਾ ਪਿਆਰੇ ਦਰਸ਼ਕੋ, ਈਵਨ ਉਸ ਕਾਨੂੰਨ ਦੇ ਅੰਡਰ ਵੀ ਜਿਹੜਾ ਤੁਸੀਂ ਪਿਛਲੇ ਸਾਲ 12 ਮਹੀਨੇ ਪਹਿਲਾਂ ਦਿੱਲੀ ਦੇ ਵਿੱਚ ਸ਼ਾਹੀਨ ਬਾਗ ਦੇ ਵਿੱਚ ਜਲੂਸ ਦੇਖੇ ਸੀਗੇ, ਸਿਟਿੰਗ ਦੇਖੀ ਸੀ ਉੱਧਰ ਮੰਨ ਲਓ ਥਾਂ ਬੰਬੇ ਦੇ ਵਿੱਚ ਦੇਖੇ ਸੀਗੇ, ਕਿਤੇ ਲਾਈਨਾਂ ਨਹੀਂ ਲੱਗੀਆਂ ਹਿੰਦੂਆਂ ਦੀਆਂ ਭਾਰਤਾਂ ਨੂੰ ਦੌੜਨ ਦੀਆਂ। ਸੋ ਇਹ ਜਿਹੜੀ ਗੱਲ ਹੈਗੀ ਆ ਹਿੰਦੂਇਜ਼ਮ ਦੀ, ਸਾਨੂੰ ਹਿੰਦੂ ਦਿਓ, ਮੈਜੋਰਿਟੀ ਜੇ ਮੰਨਦੀ ਆ ਕਨਸਟੀਟਿਊਸ਼ਨ ਨੂੰ, ਜੇ ਮਿਨੋਰਟੀ ਇਹੋ ਜਿਹੀਆਂ ਗੱਲਾਂ ਕਰਦੀ ਆ ਉਹਦਾ ਹੱਲ ਕੀ ਹੋਣਾ ਚਾਹੀਦਾ? ਦਵਿੰਦਰ ਜੀ ਤੁਸੀਂ ਮਾੜਾ ਜਿਹਾ ਦੱਸਿਓ ਕਿ ਉਹ ਜਿਹੜਾ ਕਲਿੱਪ ਦੇਖਿਆ ਉੱਥੇ ਪੁਲਿਸਮੈਨ ਖੜੇ ਸੀ ਸਾਹਮਣੇ। ਜੀ ਬਿਲਕੁਲ ਹੈ ਜੀ, ਔਰ ਸਾਰਾ ਮੀਡੀਆ ਉੱਥੇ ਆ, ਉਹਨਾਂ ਦੇ ਉੱਤੇ ਕੀ ਐਕਸ਼ਨ ਹੋਇਆ? ਮੈਂ ਜਿਹੜਾ ਇੱਕ ਕਹਿੰਦਾ ਨਾ ਹਿੰਦੁਸਤਾਨ ਜਿਹੜਾ ਹਿੰਦੂਆਂ ਵਾਸਤੇ ਆ, ਮੈਂ ਚਾਹਦਾ ਕਿ ਪਹਿਲਾਂ ਕਰ ਲਿਆ ਫਾਈਂਡ ਆਊਟ ਕਰ ਲਿਆ ਵੀ ਹਿੰਦੂ ਹੈ ਕਿਹੜੇ ਆ। ਆਪਾਂ ਤੁਸੀਂ ਰਾਊਂਡ ਟੇਬਲ ਕਾਨਫਰੰਸ ਦੀ ਗੱਲ ਕੀਤੀ ਹੈਗੀ ਆ, ਉੱਥੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਜਿਹੜੀ ਗੱਲ ਕੀਤੀ ਸੀ, ਉਹਨਾਂ ਦੀ ਜਿਹੜੀ ਲੜਾਈ ਸੀ, ਉਹਨੇ ਕਿਹਾ ਵੀ ਜਿਹੜੇ ਅਨਟੱਚੇਬਲਸ ਹੈਗੇ ਆ, ਅਛੂਤ ਲੋਕ ਆ, ਇਹ ਹਿੰਦੂ ਨਹੀਂ ਹੈ। ਇਸੇ ਕਰਕੇ ਉਹਨਾਂ ਨੂੰ ਜਿਹੜਾ ਕ੍ਰਿਮੀਨਲ ਅਵਾਰਡ ਮਿਲਿਆ ਸੀਗਾ। ਔਰ ਜਿਹੜੇ ਸ਼ਡਿਊਲਡ ਟ੍ਰਾਈਬਸ ਹੈਗੇ ਆ ਉਹ ਵੀ ਹਿੰਦੂ ਨਹੀਂ ਹੈਗੇ, ਔਰ ਜਿਹੜੇ ਬੈਕਵਰਡ ਕਲਾਸਿਸ ਹੈਗੇ ਉਹ ਵੀ ਹਿੰਦੂ ਨਹੀਂ ਹੈ। ਬਿਲਕੁਲ ਹਾਂਜੀ। ਈਵਨ ਮੋਹਨ ਭਾਗਵਤ ਜਿਹੜੇ RSS ਦੇ ਹੈਡ ਹੈਗੇ ਇਸ ਵੇਲੇ, ਉਹ ਕਹਿੰਦੇ ਹਿੰਦੂ ਜਿਹੜਾ ਕੋਈ ਧਰਮ ਨਹੀਂ ਹੈ। ਉਹ ਖੁਦ ਕਹਿੰਦਾ ਕਿ ਹਿੰਦੂ ਕੋਈ ਧਰਮ ਨਹੀਂ ਹੈ, ਇਹ ਇੱਕ ਕਲਚਰ ਹੈ, ਇੱਕ ਸੰਸਕ੍ਰਿਤੀ ਆ। ਉਹ ਜਿੰਨੇ ਇੰਡੀਆ ਦੇ ਵਿੱਚ ਹਿੰਦੁਸਤਾਨ ਸ਼ਬਦ ਯੂਜ਼ ਕਰਦੇ ਆ ਕਿ ਜਿਹੜੇ ਇੱਥੇ ਰਹਿੰਦੇ ਉਹ ਸਾਰੇ ਹੀ ਹਿੰਦੂ ਆ। ਤੁਸੀਂ ਹਿੰਦੂ ਦੇ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਹੈਗੇ ਆ ਜਿਹੜੇ ਅਰਬ ਕੰਟਰੀ ਅਰਬੀ ਦੇ ਵਿੱਚ ਜਾਂ ਫਾਰਸੀ ਦੇ ਵਿੱਚ ਜਿਹੜੀ ਡਿਕਸ਼ਨਰੀ ਆ ਨਾ, ਉਹਦੇ ਵਿੱਚ ਇਹਦਾ ਅਰਥ ਇਹ ਆ ਕਿ ਜਿਹੜਾ ਚੋਰ ਹੋਵੇ, ਠੱਗ ਹੋਵੇ, ਲੁਟੇਰਾ ਹੋਵੇ, ਝੂਠ ਬੋਲਣ ਵਾਲਾ ਹੋਵੇ, ਉਹਨੂੰ ਹਿੰਦੂ ਕਹਿੰਦੇ ਆ। ਇਹ ਜਿਹੜੇ ਫੋਰਨਰ ਸੀਗੇ ਉਹਨਾਂ ਨੇ ਆ ਕੇ ਸਾਨੂੰ ਇੱਥੇ ਦੇ ਲੋਕੀ ਜਿਹੜੇ ਰਹਿੰਦੇ ਸੀ, ਜਿਹੜੇ ਕੁਛ ਸੀਗੇ, ਉਹਨਾਂ ਨੂੰ ਮਤਲਬ ਇਹ ਦਿੱਤਾ ਸੀ, ਜਿਹੜੇ ਉਸ ਕਰੈਕਟਰ ਦੇ ਸੀ, ਉਹਨਾਂ ਨੂੰ ਹਿੰਦੂ ਕਹਿਣਾ ਸ਼ੁਰੂ ਕੀਤਾ। ਸਾਰੇ ਭਾਰਤ ਦੇ ਵਿੱਚ ਰਹਿਣ ਵਾਲੇ ਹਿੰਦੂ ਨਹੀਂ ਹੈ। ਜਦੋਂ ਤੁਸੀਂ ਪਹਿਲਾਂ ਕਨਸਟੀਟਿਊਸ਼ਨ ਦੀ ਗੱਲ ਕੀਤੀ ਆ ਕਿ ਹਰੇਕ ਬੰਦੇ ਕੋਲ ਆਪਣਾ ਹੱਕ ਆ, ਸਾਡਾ ਸੰਵਿਧਾਨ ਸਾਨੂੰ ਹੱਕ ਦਿੰਦਾ ਕਿ ਅਸੀਂ ਕਿਸੇ ਵੀ ਧਰਮ ਨੂੰ ਮੰਨੀਏ, ਕਿਸੇ ਵੀ ਰੀਤੀ ਰਿਵਾਜ ਨੂੰ ਮੰਨੀਏ, ਤੇ ਜਾਂ ਕਿਸੇ ਧਰਮ ਨੂੰ ਨਾ ਵੀ ਮੰਨੀਏ। ਕੋਈ ਜ਼ਰੂਰੀ ਨਹੀਂ ਹੈ ਕਿ ਇੰਡੀਆ 'ਚ ਰਹਿੰਦੇ ਤਾਂ ਸਾਨੂੰ ਕਿਸੇ ਨਾ ਕਿਸੇ ਧਰਮ ਨੂੰ ਜ਼ਰੂਰੀ ਮੰਨਣਾ ਹੀ ਪਊਗਾ। ਨਾ ਮੰਨਣ ਵਾਲੇ ਵੀ ਹੈਗੇ ਆ, ਔਰ ਕਿਸੇ ਦੇਵੀ ਦੇਵਤਾ ਨੂੰ ਮੰਨੀਏ, ਰੱਬ ਨੂੰ ਮੰਨੀਏ, ਜਿਹਨੂੰ ਮਰਜ਼ੀ ਮੰਨੀਏ, ਨਾ ਮੰਨੀਏ, ਇਹ ਹਰੇਕ ਬੰਦੇ ਦਾ ਹੱਕ ਹੈਗਾ। ਔਰ ਜਿਹੜੀ ਇਹ ਗੱਲ ਕਰਦੇ ਹੈਗੇ ਆ ਕਿ ਹਿੰਦੂ, ਇਹਨਾਂ ਨੂੰ ਪੁੱਛਣਾ ਚਾਹੀਦਾ ਪਹਿਲਾਂ ਹਿੰਦੂ ਇਹ ਆਏ ਕਿੱਥੋਂ, ਆਪ ਖੁਦ ਕਿਹੜੇ ਆ? ਅਸੀਂ ਆਪਣੇ ਮਹਾਤਮਾ ਗਾਂਧੀ ਜੀ ਨੇ, ਉਹਨਾਂ ਨੇ ਖੁਦ ਕਿਹਾ ਕਿ ਇਹ ਹਿੰਦੂ ਨਾਂ ਦਾ ਕੋਈ ਧਰਮ ਨਹੀਂ ਹੈ। ਜੇ ਇਹਨੂੰ ਕਹਿਣਾ ਹੋਵੇ ਤਾਂ ਚਤੁਰਵਰਨ ਧਰਮ ਕਹਿਣਾ ਚਾਹੀਦਾ ਇਹਨੂੰ, 4 ਵਰਨ। ਫਿਰ ਕਈ ਵਾਰੀ ਬੜਾ ਜਦੋਂ ਸੱਚੀਆਂ ਗੱਲਾਂ ਸੁਣਾਈਆਂ ਤਾਂ ਫਿਰ ਕਈਆਂ ਨੂੰ ਤਕਲੀਫ ਬੜੀ ਹੁੰਦੀ ਆ। ਫਿਰ ਉਹ ਕਹਿੰਦੇ ਬ੍ਰਾਹਮਣਾਂ ਦੀ ਗੱਲ ਕਰਦੇ, ਆਪ ਪ੍ਰਚਾਰ ਕਰਦੇ ਕਿ ਬ੍ਰਾਹਮਣ ਬ੍ਰਹਮਾ ਕੇ ਮੁਖ ਸੇ ਪੈਦਾ ਹੁਆ, ਹਮ ਸੁਪਰੀਮ ਹੋਤੇ ਹੈ। ਜੇ ਇਤਿਹਾਸ ਦੇਖਿਆ ਜਾਵੇ, ਹਿੰਦੂ ਸ਼ਬਦ ਜਿਹੜਾ ਵੈਰੀ ਲੇਟੈਸਟ ਹਿੰਦੂ ਸ਼ਬਦ ਆ, ਬਿਲਕੁਲ ਵੇਦਾਂ ਵਿੱਚ ਨਹੀਂ ਹੈ, ਗੀਤਾ ਵਿੱਚ ਨਹੀਂ ਹੈ, ਰਮਾਇਣ ਵਿੱਚ ਨਹੀਂ ਹੈ, ਜਿਹੜੀਆਂ ਸਮ੍ਰਿਤੀਆਂ ਹੈ ਉਹਨਾਂ ਵਿੱਚ ਨਹੀਂ ਹੈ। ਇਸ ਵੈਰੀ ਲੇਟੈਸਟ ਹਿੰਦੂ ਆ। ਹਿੰਦੂ ਧਰਮ ਕਿੱਥੋਂ ਹੋ ਗਿਆ? ਜੇ ਹਿੰਦੂ ਧਰਮ ਦੀ ਵਿਆਖਿਆ ਕਰਨੀ ਹੋਵੇ, ਹੁਣ ਸਾਨੂੰ ਪਤਾ ਕਿ ਕੋਈ ਵੀ ਧਰਮ ਜਿਹੜਾ ਹੈਗਾ, ਤਥਾਗਤ ਬੁੱਧ ਨੇ ਇੱਕ ਮਤ ਚਲਾਇਆ, ਉਹਨੂੰ ਅਸੀਂ ਕਹਿੰਦੇ ਬੁੱਧ ਧਰਮ ਆ। ਗੁਰੂ ਨਾਨਕ ਦੇਵ ਜੀ ਨੇ ਇੱਕ ਮੂਵਮੈਂਟ ਚਲਾਈ ਆ, ਉਹਨੂੰ ਕਹਿੰਦੇ ਸਿੱਖ ਧਰਮ ਆ। ਪੈਗੰਬਰ ਜੀ ਨੇ ਇੱਕ ਧਰਮ ਚਲਾਇਆ, ਉਹਨੂੰ ਕਹਿੰਦੇ ਇਸਲਾਮ ਆ। ਜੀਸਸ ਕ੍ਰਾਈਸਟ ਜੀ ਨੇ ਆਪਣਾ ਧਰਮ ਚਲਾਇਆ, ਉਹਨੂੰ ਅਸੀਂ ਕਹਿੰਦੇ ਕਿ ਇਹ ਕ੍ਰਿਸਚੀਅਨਿਟੀ ਹੈ, ਕ੍ਰਿਸਚੀਅਨ ਧਰਮ ਆ। ਹਿੰਦੂਇਜ਼ਮ ਕਿਹਨ ਚਲਾਇਆ ਬਈ? ਕਿਹੜਾ ਦੇਵੀ ਦੇਵਤਾ ਇਹਨਾਂ ਦੇ ਵਿੱਚ? ਇੱਕ ਕੋਈ ਹੈਗਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਿਸੇ ਨੂੰ ਮੰਨਦਾ, ਕੋਈ ਕਈਆਂ ਨੂੰ ਮੰਨਦਾ, ਕੋਈ ਮਾਤਾ ਨੂੰ ਮੰਨਦਾ, ਕੋਈ ਬਾਬੇ ਨੂੰ ਮੰਨਦਾ, ਕੋਈ ਇੱਕ ਮਾਤਾ ਨੂੰ ਮੰਨਦਾ, ਕੋਈ 10 ਮਾਤਾ ਨੂੰ ਮੰਨਦਾ। ਬਾਬਾ ਸਾਹਿਬ ਦੀ ਜਿਹੜੀ ਕਿਤਾਬ ਹੈਗੀ ਆ ਨਾ, ਰਿਡਲਸ ਇਨ ਹਿੰਦੂਇਜ਼ਮ, ਉਹਦੇ ਵਿੱਚ ਲਿਖਿਆ, ਮੈਂ ਉਹਦੀ ਗੱਲ ਹੀ ਕਰਦਾ ਹੈਗਾ। ਉਹਨਾਂ ਨੇ ਕਿਹਾ ਸੀ ਇੱਕ ਜੰਗਲ ਦੀ ਮਨਿੰਦ ਹੈ ਜਿਹਦੇ ਵਿੱਚ ਜੜੀ ਬੂਟੀਆਂ ਆਮ ਸ਼ਰੇ ਉੱਗ ਪੈਂਦੀਆਂ ਹੈ ਜੀ, ਔਰ ਕੋਈ ਦਰਖਤ ਵੱਡਾ ਨਹੀਂ, ਬੋੜ ਨਹੀਂ ਹੁੰਦਾ, ਤਾਂ ਕੋਈ ਛੋਟਾ ਨਹੀਂ ਹੁੰਦਾ, ਪਿਆਜੀ ਨਹੀਂ ਹੁੰਦੀ।
ਹਾਂ ਉੱਥੇ ਇਦਾਂ ਹੀ ਜਿਹੜਾ ਹਿੰਦੂਇਜ਼ਮ ਇਜ਼ ਲਾਈਕ ਵੀ ਤੁਸੀਂ ਨਾ ਗਰੋਸਰੀ ਸ਼ਾਪ ਤੇ ਜਾਓ, ਕਰਿਆਨੇ ਵਾਲੀ ਸ਼ਾਪ ਤੇ, ਕਿਸੇ ਨੂੰ ਕਹਿੰਦੇ ਮੈਨੂੰ 100 ਪਾਉਂਡ ਦੀ ਗਰੋਸਰੀ ਦੇ, ਹਾਂ ਉਹ ਪਹਿਲਾਂ ਪੁੱਛੂਗਾ ਤੈਨੂੰ ਲੂਣ ਚਾਹੀਦਾ ਕਿ ਮਿਰਚਾਂ ਚਾਹੀਦੀਆਂ ਕਿ ਤੇਲ ਚਾਹੀਦਾ, ਕੀ ਚੀਜ਼ ਚਾਹੀਦੀ ਆ, ਉਹ ਗਰੋਸਰੀ ਨਹੀਂ ਦੇ ਸਕਦਾ। ਜਦੋਂ ਹਿੰਦੂ ਦੀ ਵੀ ਗੱਲ ਕਰਦੇ ਨਾ, ਉਹ ਕਹਿੰਦਾ ਵੀ ਕਿਹੜਾ ਹਿੰਦੂ ਤੂੰ, ਉੱਚੀ ਜਾਤ ਦਾ ਕਿ ਨੀਵੀਂ ਜਾਤ ਦਾ ਕਿ ਗਵਲੀ ਜਾਤ ਦਾ, ਕਿਹੜੇ ਹੈਗਾ। ਫਿਰ ਆਪਾਂ ਜਦੋਂ ਗੱਲ ਇਹ ਕਰਦੇ ਹੈਗੇ ਆ ਮੁਸਲਮਾਨਾਂ ਦੀ, ਮੁਸਲਮਾਨਾਂ ਨੂੰ ਟਾਰਗੇਟ ਕਰਦੇ ਆ, ਜਦੋਂ ਮੈਂ ਪਹਿਲਾਂ ਦੱਸਿਆ ਹੁਣ ਬਾਕੀਆਂ ਨੂੰ ਟਾਰਗੇਟ ਨਹੀਂ ਕਰ ਸਕਦੇ। ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਜਾਂ ਮੁਸਲਮਾਨਾਂ ਨਾਲ ਲੜਾਈ ਕਰਨੀ ਹੁੰਦੀ ਆ, ਉਦੋਂ ਸਾਰੇ ਹਿੰਦੂ ਆ। ਥੈਂਕ ਯੂ। ਕੋਲ ਲੈ ਲਈ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਹੈਲੋ, ਹਾਂਜੀ ਬੋਲੋ, ਕੌਣ ਬੋਲਦੇ ਜੀ? ਜੈ ਭੀਮ ਜੀ। ਜੈ ਭੀਮ। ਚਮਨ ਬੋਲਦਾ ਜੀ, ਚਮਨ ਚਾਲ। ਹਾਂਜੀ ਹਾਂਜੀ, ਜਲਫੜ ਤੋਂ ਜੀ। ਹਾਂਜੀ ਚਾਲ ਸਾਹਿਬ। ਚਾਲ ਸਾਹਿਬ, ਤੁਹਾਡਾ ਜੈ ਭੀਮ, ਤੁਹਾਨੂੰ ਸਵਾਗਤ ਹੈ ਕਾਂਸ਼ੀ ਟੀਵੀ ਤੇ ਜੀ। ਹਾਂ ਜੀ, ਹਾਂ। ਮਤਲਬ ਜਿਹੜਾ ਹਿੰਦੂ ਲਫ਼ਜ਼ ਦੀ ਤੁਸੀਂ ਗੱਲ ਕਰ ਰਹੇ ਨਾ ਵੀ ਹਿੰਦੂ ਧਰਮ ਕੀ ਹੈ, ਬਾਬਾ ਸਾਹਿਬ ਹੁਣਾਂ ਨੇ ਐਨੀਲੇਸ਼ਨ ਕਾਸਟ ਦੇ ਵਿੱਚ ਕਲੀਅਰ ਕੀਤਾ ਹੈ ਜੀ ਕਿ ਹਿੰਦੂ ਜਿਹੜਾ ਇੱਕ ਮਿਥੋਲੋਜੀ ਹੈ ਜੀ, ਇਹ ਸਾਡੇ ਦੇਸ਼ ਦਾ ਨਹੀਂ ਹੈਗਾ ਲਫ਼ਜ਼। ਇਹ ਹੈਗਾ ਕਿ ਜਦੋਂ ਹਿੰਦੁਸਤਾਨ ਤੇ ਮੁਸਲਮਾਨ ਹਮਲਾਵਰ ਕਾਬਜ਼ ਹੋ ਗਏ ਜੀ, ਤੇ ਉਹਨਾਂ ਨੇ ਜਿਹੜੀ ਇੱਥੇ ਦੇ ਲੋਕ ਰਹਿੰਦੇ ਸੀ, ਜਿਹੜੇ ਨੇਟਿਵ ਸੀਗੇ, ਉਹਨਾਂ ਨੂੰ ਹਿੰਦੂ ਕਿਹਾ ਜੀ, ਆਪਣੇ ਤੋਂ ਵੱਖ ਰੱਖਣ ਲਈ ਉਹਨਾਂ ਨੇ ਹਿੰਦੂ ਨਾਂ ਦਿੱਤਾ। ਔਰ ਜਿੱਦਾਂ ਦਵਿੰਦਰ ਹੁਣੀ ਕਿਹਾ ਕਿ ਇਹਦਾ ਮਤਲਬ ਹੈ ਕਾਲਾ ਚੋਰ ਜੀ, ਇਹ ਬਾਬਾ ਸਾਹਿਬ ਨੇ ਕਿਹਾ। ਔਰ ਉਹਨੇ ਇਹ ਵੀ ਕਿਹਾ ਹੈਗਾ ਕਿ ਮੁਸਲਮਾਨ ਹਮਲਾਵਰ ਤੋਂ ਪਹਿਲਾਂ ਕਿਸੇ ਵੀ ਸੰਸਕ੍ਰਿਤ ਵਰਕ ਦੇ ਵਿੱਚ ਹਿੰਦੂ ਨਾਂ ਹੈ ਨਹੀਂ ਜੀ, ਇਹਦੇ ਕਿਸੇ ਵੀ ਜੋ ਧਰਮ ਗ੍ਰੰਥ ਇਹਦਾ ਕਿਤੇ ਵੀ ਹਿੰਦੂ ਹੈ ਨਹੀਂ। ਇਹ ਸਾਰਾ ਹਿੰਦੂ ਝੂਠ ਬੋਲੀ ਜਾਂਦੇ ਆ, ਜਿੰਨੇ ਮਹਾਪੁਰਸ਼ ਦੇ ਸੰਨਿਆਸੀ ਹੈਗੇ, ਜੋ ਵੀ ਹੈਗੇ, ਇਹਨਾਂ ਨੂੰ ਇਤਿਹਾਸ ਦਾ ਪਤਾ ਕੋਈ ਨਹੀਂ। ਬਾਬਾ ਸਾਹਿਬ ਨੇ ਬਿਲਕੁਲ ਕਲੀਅਰ ਕੀਤਾ ਐਨੀਲੇਸ਼ਨ ਕਾਸਟ ਵਿੱਚ, ਔਰ ਸਾਰੇ ਤੁਸੀਂ ਜਿੰਨੇ ਵੀ ਹੈਗੇ ਸਾਰੇ ਪੜ੍ਹਿਆ ਹੋਏਗਾ ਇਹ। ਬਿਲਕੁਲ। ਥੈਂਕ ਯੂ ਜੀ। ਥੈਂਕ ਯੂ ਜੀ ਚਾਲ ਜੀ, ਥੈਂਕ ਯੂ। ਹਾਂਜੀ ਤੁਸੀਂ ਗੱਲ ਕਰਦੇ। ਇਹ ਕਰਕੇ ਹਿੰਦੂਇਜ਼ਮ, ਜਿੱਦਾਂ ਚਾਲ ਸਾਹਿਬ ਨੇ ਵੀ ਗੱਲ ਕੀਤੀ, ਹਿੰਦੂਇਜ਼ਮ ਕੋਈ ਧਰਮ ਨਹੀਂ ਹੈ। ਧਰਮ ਇਹ ਉਦੋਂ ਬਣਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ, ਮੁਸਲਮਾਨਾਂ ਨਾਲ ਲੜਾਈ ਕਰਨੀ ਹੁੰਦੀ ਹੈ। ਬਿਲਕੁਲ ਬਿਲਕੁਲ। ਮੁਸਲਮਾਨਾਂ ਨਾਲ ਲੜਾਈ ਵੀ ਇਸੇ ਕਰਕੇ ਕਰਦੇ ਆ ਕਿ ਇਹਨਾਂ ਸਾਰਿਆਂ ਨੂੰ ਪੂਰੇ ਬੱਗ ਨੂੰ ਇਕੱਠਾ ਰੱਖਿਆ ਜਾਵੇ, ਉਹਨਾਂ ਦੇ ਖਿਲਾਫ ਇਸਤੇਮਾਲ ਕੀਤਾ ਜਾਵੇ। ਔਰ ਜਿਹੜੀ ਇਹਨਾਂ ਦੀ ਲੜਾਈ, ਜਿਹੜੇ ਇਹਨਾਂ ਦੇ ਮਸਲੇ ਹੈਗੇ ਆ, ਸ਼ਡਿਊਲਡ ਕਾਸਟ, ਸ਼ਡਿਊਲਡ ਟ੍ਰਾਈਬਸ, ਬੈਕਵਰਡ ਕਲਾਸਿਸ ਦੇ ਮਸਲੇ ਜਿਹੜੇ ਹੈਗੇ ਆ, ਉਹਨਾਂ ਤੋਂ ਅੱਖਾਂ ਬੰਦ ਰੱਖਣ। ਬਿਲਕੁਲ ਬਿਲਕੁਲ, ਹੈ ਨਾ, ਉਹਦੇ ਮਸਲਿਆਂ ਨੂੰ ਉਜਾਗਰ ਨਾ ਕਰਨ। ਔਰ ਕਿਤੇ ਸਾਰੇ ਇਕੱਠੇ ਹੋ ਕੇ ਬ੍ਰਾਹਮਣਾਂ ਦੇ ਖਿਲਾਫ, ਉਹਨਾਂ ਦੇ ਖਿਲਾਫ ਨਾ ਹੋ ਜਾਣ। ਹੁਣ ਕਈ ਵਾਰੀ ਇਤਰਾਜ਼ ਕਰਦੇ ਤੁਸੀਂ ਬ੍ਰਾਹਮਣਾਂ ਨੂੰ ਜ਼ਿਕਰ ਕਿਉਂ ਕਰਦੇ? ਜਿਹੜਾ ਬੰਦਾ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ, ਉਹ ਕਹਿੰਦੇ ਸਾਡੀਆਂ ਭਾਵਨਾਵਾਂ ਦੇਖੋ ਜੀ, ਠੇਸ ਲੱਗਦੀ ਭਾਵਨਾਵਾਂ ਨੂੰ। ਬੜੀਆਂ ਭਾਵਨਾਵਾਂ ਬੜੀਆਂ ਕੋਮਲ ਜਿਹੀਆਂ ਇਹਨਾਂ ਦੀਆਂ, ਸਦੀਆਂ ਹੋ ਗਈਆਂ, ਅਛੂਤ ਬਣਾ ਕੇ ਰੱਖਿਆ, ਨੀਚ ਦੱਸਦੇ ਆ, ਹਾਲੇ ਵੀ ਦੱਸਿਆ। ਸਿੱਧੀ ਜਿਹੀ ਗੱਲ, ਜੇ ਕੋਈ ਇੱਕ ਆਪਣੇ ਉਹਨੂੰ ਇੱਕ ਬੰਦਾ ਬ੍ਰਾਹਮਣ ਕਹਿੰਦਾ ਤੇ ਦੂਸਰੇ ਨੂੰ ਕੀ ਸਮਝਦਾ? ਇੱਕ ਇਨਸਾਨ ਆਪਣੇ ਆਪ ਨੂੰ ਬ੍ਰਾਹਮਣ ਕਹਿੰਦਾ ਜੀ, ਤੇ ਉਹਦਾ ਨਜ਼ਰੀਆ ਦੂਸਰਿਆਂ ਦੇ ਪ੍ਰਤੀ ਕੀ ਆ? ਉਹਨਾਂ ਨੂੰ ਕੀ ਸਮਝਦਾ? ਉਹਨਾਂ ਨੂੰ ਘਟੀਆ ਸਮਝਦਾ ਤਾਂ ਮਤਲਬ? ਬਿਲਕੁਲ ਬਿਲਕੁਲ। ਸਦੀਆਂ ਲੰਘ ਗਈਆਂ, ਜਿਹੜੀਆਂ ਭਾਵਨਾਵਾਂ ਨਹੀਂ ਹੈ, ਅਤਿਆਚਾਰ ਕਰਦੇ ਉਹਨੂੰ। ਔਰ ਫਿਰ ਆ ਜਿਹੜੇ ਬੋਲਦੇ ਸੀ, ਇਹਦੀ ਤੁਸੀਂ ਕਲਿੱਪ ਦਿਖਾ ਲਈ ਆ, ਇਹ ਔਰ ਇਹਦੇ ਵਰਗੇ ਹੋਰ ਵੀ ਜਿਹੜੇ ਹੈਗੇ ਆ ਮੰਦ ਬੁੱਧੀ ਬੰਦੇ ਆ ਬਹੁਤ, ਹੈ ਨਾ, ਮਤਲਬ ਇਹਨਾਂ ਦੇ ਦਿਮਾਗਾਂ ਵਿੱਚ ਗੋਬਰ ਭਰਿਆ ਆ। ਇਹ ਪ੍ਰਚਾਰ ਵੀ ਕਰਦੇ ਗੋਬਰ ਦੇ ਨਾਲ ਨਹਾਓ, ਕਰੋਨਾ ਚਲਾ ਜਾਊਗਾ, ਉਹ ਖਾਓ, ਥੋੜ੍ਹਾ ਜਿਹੀਆਂ ਗੋਲੀਆਂ ਕਰਕੇ ਖਾਓ, ਫਿਰ ਉਹਦਾ ਮੂਤਰ ਵੀ ਪੀਓ। ਹਾਂਜੀ, ਕੋਲ ਲੈ ਲਈਏ। ਹੈਲੋ ਜੀ, ਜੈ ਗੁਰਦੇਵ, ਜੈ ਭੀਮ, ਕੌਣ ਤੇ ਕਿੱਥੋਂ ਸਾਹਿਬ ਜੀ? ਹੈਲੋ ਜੀ, ਜੈ ਭੀਮ ਤੇ ਜੈ ਗੁਰਦੇਵ, ਜੈ ਭਾਰਤ ਜੀ। ਮਾਨ ਸਾਹਿਬ, ਤੁਹਾਡਾ ਸਵਾਗਤ ਹੈ ਕਾਂਸ਼ੀ ਟੀਵੀ ਤੇ ਜੀ। ਥੈਂਕ ਯੂ ਜੀ। ਤਾਂ ਦੇਖੋ ਜੀ, ਤੁਹਾਡਾ ਮੁੱਦਾ ਤਾਂ ਬਹੁਤ ਵਧੀਆ ਆ, ਲੇਕਿਨ ਪਹਿਲਾਂ ਤਾਂ ਮੈਨੂੰ, ਅਗਰ ਕੋਈ ਆਦਮੀ ਕਹਿੰਦਾ ਨਾ ਵੀ ਹਿੰਦੂ ਧਰਮ ਖਤਰੇ ਵਿੱਚ ਆ, ਹਿੰਦੂਆਂ ਦੀ ਜਿਹੜਾ ਨਾ ਫਾਊਂਡਰ ਕੌਣ ਆ ਉਹ ਦੱਸਣ ਪਹਿਲਾਂ ਜੀ। ਜੀ ਹਿੰਦੂ ਧਰਮ ਜਿੱਦਾਂ ਇਹਦਾ ਕੋਈ ਫਾਊਂਡਰ ਨਹੀਂ, ਇਹ ਸਿਰਫ ਇੱਕ ਖਿਚੜੀ ਬਣਾਈ ਹੈ, ਇੱਕ ਰਾਜਨੀਤੀ ਦੇ ਹਥਿਆਉਣ ਦੇ ਲਈ ਇਹਨਾਂ ਨੇ ષਡਯੰਤਰ ਰਚਿਆ ਆ। ਬਿਲਕੁਲ ਬਿਲਕੁਲ। ਦੂਸਰਾ, ਜਦੋਂ ਮੁਸਲਮਾਨਾਂ ਤੇ ਅਤਿਆਚਾਰ ਕਰਨਾ ਹੁੰਦਾ ਤਾਂ ਉਸ ਵੇਲੇ ਅਸੀਂ ਸਾਰੇ ਲੋਕ ਹਿੰਦੂਆਂ ਦੀ ਗਿਣਤੀ 'ਚ ਲੈ ਲੈਂਦੇ ਆ। ਜੇ ਜਦੋਂ ਇਹਨਾਂ ਦੇ ਜਿਹਦੇ ਨਾਲ ਰਿਸ਼ਤੇਦਾਰੀ ਆਉਂਦੀ ਆ ਤਾਂ ਫਿਰ ਇਹ ਬ੍ਰਾਹਮਣ ਆ ਤੇ ਵੈਸ਼ ਆ ਤੇ ਕਸ਼ਤਰੀ ਆ। ਸ਼ੂਦਰ ਕੌਣ ਆ? ਥੱਲੇ ਚਾਰ ਬ੍ਰਾਹਮਣ, ਵੈਸ਼, ਕਸ਼ਤਰੀ ਤੇ ਵੈਸ਼, ਥੱਲੇ ਆਉਂਦੇ ਸ਼ੂਦਰ। ਕਿਉਂਕਿ ਜਿਹੜਾ ਹਿੰਦੂ ਧਰਮ ਆ, ਬ੍ਰਾਹਮਣਵਾਦ ਆ, ਇਹ ਖੜਾ ਹੀ ਸ਼ੂਦਰਾਂ ਦੇ ਸਿਰ ਤੇ ਆ। ਅਗਰ ਜਿਹੜੇ ਨੂੰ ਸ਼ੂਦਰ ਬਣਾਇਆ, ਇਹ ਆਪਣੇ ਆਪ ਨੂੰ ਹਿੰਦੂ ਨਾ ਕਹਾਉਣ, ਅਗਰ ਆਪਣੇ ਆਪ ਹੁਣ ਜਿਹੜੀ ਮਰਦਮਸ਼ੁਮਾਰੀ ਵੀ ਆਉਣੀ ਆ ਉਹਦੇ ਵਿੱਚ ਨਾ ਲਿਖਣ ਅਸੀਂ ਹਿੰਦੂ ਆ, ਤਾਂ ਇਹ ਜਿਹੜਾ ਉੱਪਰਲਾ ਬ੍ਰਾਹਮਣ ਆ ਨਾ, ਇਹਨਾਂ ਦੀ ਜਿਹੜੀ ષਡਯੰਤਰ ਆ ਉਹ ਢਹਿ ਢੇਰੀ ਹੋ ਸਕਦਾ।
ਬ੍ਰਾਹਮਣਵਾਦ ਖੜਾ ਹੀ ਹੈਗਾ ਇਹ ਜਿਹੜੇ ਸਾਡੇ ਲੋਕਾਂ ਦੇ ਉਹਨਾਂ ਦੇ ਸਿਰ ਤੇ ਆ। ਕਿਉਂਕਿ ਅਸੀਂ ਲੋਕ ਇਹਨਾਂ ਦੇ ਜਿਹੜੇ 3500 ਕਰੋੜ ਦੇਵੀ ਦੇਵਤਾ ਆ, ਪਤਾ ਨਹੀਂ ਕਿੰਨੇ ਆ, ਹੁਣ ਤਾਂ ਮੇਰੇ ਖਿਆਲ ਉਹਨਾਂ ਦੀ ਗਿਣਤੀ ਕਾਫੀ ਵੱਧ ਗਈ ਹੋਣੀ ਆ। ਹਾਲੇ ਜਦ 35 ਕਰੋੜ ਹੀ ਹੋ ਚੱਲੀ ਆ ਰਹੀ ਆ, ਤੇ ਹੁਣ ਤਾਂ ਬਹੁਤ ਹੋ ਗਿਆ। ਤੇ ਹੁਣ ਇਹਨਾਂ ਨੇ ਇੱਕ ਨਵੀਂ ਬਣਾਈ ਆ, ਉਹ ਕਿਹੜੀ ਕਰੋਨਾ ਦੇਵੀ ਬਣਾਈ, ਉਹਦੀ ਪੂਜਾ ਵੀ ਹੋਣ ਲੱਗ ਪਈ, ਹੁਣ ਮੰਦਿਰ ਵੀ ਬਣਾਤਾ ਇਹਨਾਂ ਨੇ। ਤੇ ਇਹ ਜਿਹੜੀ ਚੀਜ਼ ਹੈਗੀ ਹੈ ਨਾ, ਸਾਡੇ ਲੋਕਾਂ ਨੂੰ ਆਪਣੇ ਆਪ ਸਮਝ ਹੋਣੀ ਚਾਹੀਦੀ ਹੈ ਕਿ ਅਸੀਂ ਬਾਬਾ ਸਾਹਿਬ ਨੇ ਸਾਨੂੰ ਸਾਰਾ ਕੁਝ ਦੱਸਿਆ। ਅਗਰ ਅਸੀਂ 17 ਸਾਲਾਂ ਦੇ ਵਿੱਚ ਵੀ ਅਸੀਂ ਆਪਣੀ ਰਾਜ ਸੱਤਾ ਨਹੀਂ ਪ੍ਰਾਪਤ ਕਰ ਸਕੇ ਤਾਂ ਸਾਡੀ ਜਿਹੜੀ ਉਹ ਬਦਕਿਸਮਤੀ ਆ। ਅਸੀਂ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋ ਰਹੇ, ਕਿਉਂ ਕਿ ਅਸੀਂ ਵਾਲਮੀਕੀਆਂ, ਅਸੀਂ ਆਪ ਧਰਮੀਆਂ, ਅਸੀਂ ਰਵਿਦਾਸੀਏ ਆ, ਅਸੀਂ ਫਲਾਣੇ ਆ, ਆਪਣੇ ਆਪ ਡਿਵੀਜ਼ਨ ਅਸੀਂ ਉਹ ਜਿਹੜਾ RSS ਕੰਮ ਕਰਨਾ ਚਾਹੁੰਦੀ ਆ ਉਹ ਅਸੀਂ ਆਪਣੇ ਆਪ ਹੀ ਕਰੀ ਜਾਂਦੇ ਆ। ਬਿਲਕੁਲ। ਤੇ ਇਸ ਕਰਕੇ ਸਾਨੂੰ ਚਾਹੀਦਾ ਆ ਬਾਬਾ ਸਾਹਿਬ ਦੇ ਵਿਚਾਰਧਾਰਾ ਦੇ ਨਾਲ ਮਿਲ ਕੇ, ਔਰ ਅਸੀਂ ਅਗਰ ਅਸੀਂ ਅੱਜ ਬੁੱਧ ਧੰਮ ਲਿਖਾਉਂਦੇ ਆ ਤਾਂ ਇਹਨਾਂ ਦੀ ਗਿਣਤੀ ਆਪਣੇ ਆਪ ਹੀ ਘਟ ਜਾਂਦੀ ਆ। ਕਿਉਂਕਿ ਅਗਰ ਅਸੀਂ ਹੋਰ ਕੋਈ ਧਰਮ ਲਿਖਾਉਂਦੇ ਆ ਤਾਂ ਉਹਦੀ ਆਟੋਮੈਟਿਕਲੀ ਗਿਣਤੀ ਜਿਹੜੀ ਹੈ ਨਾ ਉਹ ਹਿੰਦੂਆਂ 'ਚ ਹੋਣੀ ਆ। ਜਦੋਂ ਹਿੰਦੂਆਂ ਦੀ ਗਿਣਤੀ ਵੱਧ ਗਈ, ਇਹਨਾਂ ਨੇ ਕਹਿਣਾ ਲਓ ਜੀ ਸਾਡੇ ਦੇਸ਼ ਦੇ ਵਿੱਚ ਹਿੰਦੂਆਂ ਦੀ ਗਿਣਤੀ ਜ਼ਿਆਦਾ, ਇਸ ਕਰਕੇ ਇਹਨੂੰ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਵੇ। ਅਗਰ ਇਹ ਗੱਲ ਹੋ ਗਈ ਤਾਂ ਸਾਡਾ ਜਿਹੜਾ ਹਾਲ ਹੈ ਨਾ, ਉਹ ਜਿਹੜਾ ਹਜ਼ਾਰਾਂ ਸਾਲ ਤੋਂ ਪਹਿਲਾਂ 200-300 ਸਾਲ ਪਹਿਲਾਂ ਹੋਇਆ ਸੀ ਬਾਬਾ ਸਾਹਿਬ ਦੇ ਕਿਤੇ ਨਾ ਸੰਵਿਧਾਨ ਤੋਂ ਪਹਿਲਾਂ ਜਿਹੜਾ ਹੋ ਚੁੱਕਿਆ, ਉਹ ਤੋਂ ਵੀ ਜ਼ਿਆਦਾ ਬੱਤਰ ਹੋਏਗਾ। ਤੇ ਇਸ ਕਰਕੇ ਸਾਡੇ ਲੋਕਾਂ ਨੂੰ ਬਹੁਤ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈਗਾ। ਤੇ ਇੰਨਾ ਹੀ ਕਹਿੰਦਾ, ਜੈ ਭੀਮ, ਜੈ ਭਾਰਤ ਜੀ। ਬਹੁਤ ਵਧੀਆ ਪ੍ਰੋਗਰਾਮ ਆ। ਦੇਖੋ ਪਿਆਰੇ ਦਰਸ਼ਕੋ, ਸਾਡਾ ਮਕਸਦ ਕਿਸੇ ਨੂੰ ਦੀ ਨਿੰਦਿਆ ਕਰਨਾ ਨਹੀਂ, ਕਿਸੇ ਨੂੰ ਮਾੜਾ ਚੰਗਾ ਕਹਿਣਾ ਨਹੀਂ, ਪਰ ਇਹ ਇਸ਼ੂ ਲਿਆਉਣ ਦਾ ਇੱਕ ਮਕਸਦ ਸਾਡਾ ਇਹ ਹੈਗਾ ਕਿ ਜੇ ਕੋਈ ਹੋਰ ਵਿਧਾਨ ਦੀ ਕੋਈ ਗੱਲ ਕਰ ਦੇਵੇ, ਵਿਧਾਨ ਦੀ ਤਾਂ ਨਾ ਹੀ ਸਹੀ, ਸਰਕਾਰ ਦੇ ਖਿਲਾਫ ਕੋਈ ਗੱਲ ਕਰ ਦੇਵੇ, ਉਹਦੇ 'ਤੇ ਰਸੂਕਾ ਕੀ ਹੁੰਦਾ ਕਿ ਨੈਸ਼ਨਲ ਸਿਕਿਉਰਿਟੀ ਨੂੰ ਥ੍ਰੈਟ ਹੈ, ਉਹ ਕਾਨੂੰਨ ਲਾ ਕੇ ਚੱਕ ਕੇ ਅੰਦਰ ਕਰ ਦਿੰਦੇ ਆ। 2018 ਦੇ ਵਿੱਚ ਕੋਰੇਗਾਂ ਦੇ ਲੜਾਈ ਦਾ ਤੁਹਾਨੂੰ ਪਤਾ ਕਿੰਨਾ ਕੁਛ ਹੋਇਆ ਸੀਗਾ। ਹਾਲੇ 6-7 ਜਿਹੜੇ ਹੈਗੇ ਆ ਬੁੱਧੀਜੀਵੀ ਹੈਗੇ ਆ, ਬਿਲਕੁਲ ਉੱਥੇ ਸੀਗੇ ਵੀ ਨਹੀਂ, ਉਹਨਾਂ ਨੂੰ ਅੰਦਰ ਦਿੱਤਾ ਹੈ ਚੱਕ ਕੇ। ਇੱਕ ਨੂੰ ਅਸਾਮ ਤੋਂ ਪਾਦਰੀ ਨੂੰ ਅੰਦਰ ਦਿੱਤਾ, ਵਿਚਾਰੇ ਨੂੰ, ਬੁੱਢੇ ਨੂੰ, 80-90 ਸਾਲ ਦੇ ਨੂੰ। ਔਰ ਕੋਈ ਵੀ ਗੱਲ ਹੁੰਦੀ ਹੈ ਇਹ ਰਸੂਕਾ ਲਾ ਕੇ, ਪਰ ਅਸੀਂ ਸਾਡਾ ਲਿਆਉਣ ਦਾ ਮਕਸਦ ਇਹ ਆ ਕਿ ਜਿਹੜਾ ਨੈਸ਼ਨਲ ਸਿਕਿਉਰਿਟੀ ਦੇ ਖਿਲਾਫ ਆ, ਤੁਸੀਂ ਕਲਿੱਪ ਦੇਖਿਆ, ਇਹ ਬੰਦੇ ਉੱਥੇ ਪੁਲਿਸ ਖੜੀ ਆ, ਉੱਥੇ ਮੀਡੀਆ ਖੜਾ ਹੈਗਾ, ਇਹ ਬੰਦੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੈਗੀ। ਔਰ ਇਸੇ ਤਰ੍ਹਾਂ ਅਸੀਂ ਤੁਹਾਨੂੰ 1-2 ਕਲਿੱਪਾਂ ਜਾਂ ਉਹ ਇੱਕ ਕਲਿੱਪ ਹੋਰ ਦਿਖਾਵਾਂਗੇ। ਔਰ ਤੁਹਾਡੇ ਸਾਹਮਣੇ ਇਹ ਆ ਗੱਲ ਅਸੀਂ ਰੱਖਣੀ ਚਾਹੁੰਦੇ ਕਿ ਇਹ ਵਿਤਕਰਾ ਕਿਉਂ ਕਰਦੇ ਆ। ਜਿਹੜੇ RSS ਸੀਗਾ 1925 ਦੇ ਵਿੱਚ ਇਹਦੀ ਆਰਗੇਨਾਈਜੇਸ਼ਨ ਹੋਈ ਆ, ਉਸ ਤੋਂ ਬਾਅਦ ਮਤਲਬ ਉਹਨਾਂ ਦੇ ਜਿਹੜੇ ਲੀਡਰ ਸੀਗੇ ਵੀਰ ਸਵਾਸਕਰ ਜਾਂ ਕੋਈ ਹੈਗੜੇ, ਕੋਈ ਹੋਰ, ਉਹਨਾਂ ਨੂੰ ਅੱਜ ਭਾਰਤ ਰਤਨ ਦੇਣ ਦੀਆਂ ਗੱਲਾਂ ਹੋ ਰਹੀਆਂ, ਜਿਨ੍ਹਾਂ ਨੇ ਕਿ 50 ਸਾਲ ਆਪਣੇ ਦਫ਼ਤਰ ਦੇ ਉੱਤੇ ਭਾਰਤ ਦਾ ਤਿਰੰਗਾ ਝੰਡਾ ਨਹੀਂ ਲਹਿਰਾਇਆ ਸੀ, ਔਰ ਨਾ ਹੀ ਵਿਧਾਨ ਨੂੰ ਉਹਨਾਂ ਨੇ ਮੰਨਿਆ ਸੀਗਾ। ਔਰ ਅੱਜ ਤੋਂ ਇਹ ਆ ਕਿ 70-71 ਸਾਲ ਹੋ ਗਏ ਆਜ਼ਾਦੀ ਨੂੰ। ਪਿਆਰੇ ਦਰਸ਼ਕੋ, ਕਈ ਵਾਰੀ ਵਿਧਾਨ ਨੂੰ ਸਾੜਿਆ ਗਿਆ, ਵਿਧਾਨ ਦੇ ਖਿਲਾਫ ਲੋਕਾਂ ਨੇ ਕਾਰਵਾਈਆਂ ਕੀਤੀਆਂ, ਬੋਲੇ ਆ, ਜਿੱਥੇ ਕਿ ਸੁਪਰੀਮ ਕੋਰਟ ਨੂੰ ਵੀ ਐਕਸ਼ਨ ਲੈਣਾ ਪਿਆ ਔਰ ਕੋਈ ਸਰਕਾਰ ਨੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਜਿਹੜੇ ਗਰੀਬ ਹੈਗੇ ਲੋਕ ਉਹਨਾਂ ਚੱਕ ਕੇ ਅੰਦਰ ਦੇ ਦਿੰਦੇ ਆ। ਇੱਕ ਕਲਿੱਪ ਅਸੀਂ ਦਵਿੰਦਰ ਜੀ ਉਹ ਦਿਖਾਉਣੀ ਚਾਹੁੰਦੇ ਆ। ਉਹ ਇਹ ਹੈ ਕਿ ਇੱਕ ਔਰਤ, ਉਹਨੇ ਇਹ ਆ ਕਿ ਬਹੁਤ ਅੱਤਵਾਦ ਦਾ ਕੰਮ ਕੀਤਾ ਔਰ ਕਰਨ ਤੋਂ ਬਾਅਦ ਇਸ ਲਈ ਉਹ ਮੈਂਬਰ ਆਫ ਪਾਰਲੀਮੈਂਟ ਹੈ। ਉਹਦੀਆਂ ਜਿਹੜੀਆਂ ਗਤੀਵਿਧੀਆਂ ਹੈਗੀਆਂ ਉਹ ਪਾਰਲੀਮੈਂਟ ਦੇ ਵਿੱਚ ਵੀ ਤੁਹਾਨੂੰ ਦੱਸਦੇ ਉਹ ਕੌਣ ਹੈਗਾ। ਉਹ ਹੈਗਾ ਪ੍ਰਿਗਿਆ ਸਾਧਵੀ, ਪ੍ਰਿਗਿਆ ਸਿੰਘ ਠਾਕਰ, ਹੈ ਜੀ, ਪ੍ਰਿਗਿਆ ਸਿੰਘ ਠਾਕਰ ਔਰ ਪ੍ਰਿਗਿਆ ਸਾਧਵੀ। ਔਰ ਉਹਨੇ ਮਤਲਬ ਇਹ ਹੈਗਾ ਕਿ ਮਾਲਾਬਾਰ ਵਿੱਚ ਇੱਕ ਬੰਬਾਰਮੈਂਟ ਦੇ ਵਿੱਚ ਉਹਦੇ ਉੱਤੇ 10 ਲੋਕਾਂ ਨੂੰ ਮਾਰਨ ਦਾ ਕੇਸ, 80-90 ਜ਼ਖਮੀ ਕਰਨ ਦਾ ਕੇਸ। ਔਰ ਹੁਣ ਹਾਲੇ ਵੀ ਉਹ ਇਹ ਆ, ਉਹ ਕਹਿੰਦੀ ਆ ਕਿ ਜਿਹੜਾ ਗਾਂਧੀ ਸੀਗਾ ਉਹਨੂੰ ਰਾਸ਼ਟਰਪਿਤਾ ਤੁਸੀਂ ਬਣਾਇਆ, ਗਲਤ ਆ ਜੀ। ਉਹਦੇ ਥਾਂ ਗਾਂਧੀ ਨੂੰ ਮਾਰਨ ਵਾਲਾ 30 ਜਨਵਰੀ 1948 ਨੂੰ ਨਥੂ ਰਾਮ ਗੌਡਸੇ ਜਿਹੜਾ ਆ ਉਹ ਰਾਸ਼ਟਰਪਿਤਾ ਬਣਨਾ ਚਾਹੀਦਾ। ਮੈਂ ਆਪਣੇ ਕੋਲੋਂ ਨਹੀਂ ਕਹਿੰਦਾ,
ਟੈਕਨੀਸ਼ੀਅਨ ਜੀ ਇਹ ਦੇਖੋ ਜੇ ਹਿੰਦੂ ਰਾਸ਼ਟਰ ਬਣਦਾ ਤਾਂ ਫਿਰ ਕਿਹੋ ਜਿਹੀ ਹਾਲਤ ਹੋਊਗੀ। ਰਾਸ਼ਟਰਪਿਤਾ ਗਾਂਧੀ ਜੀ ਨੂੰ ਮਤਲਬ ਕਿੱਦਾਂ ਮਾਰਦੇ ਹੈਗੇ ਆ, ਉੱਥੇ ਕਲਿੱਪ ਦਿਖਾਉਣ ਲੱਗੇ ਆ। ਇਹ ਦੇਖਿਓ ਉਹ ਜਿਹੜੀ ਪ੍ਰਗਿਆ ਠਾਕਰ ਹੈਗੀ ਆ, ਸਾਧਵੀ ਹੈਗੀ ਆ, ਮੈਂਬਰ ਆਫ ਪਾਰਲੀਮੈਂਟ ਹੈ, ਔਰ ਈਵਨ ਇਹ ਆ ਕਿ ਡਿਫੈਂਸ ਕਮੇਟੀ ਦੀ ਉਹਨੂੰ ਮੈਂਬਰ ਬਣਾਇਆ ਸੀ। ਹੁਣ ਪਾਰਲੀਮੈਂਟ ਦੇ ਵਿੱਚ ਵੀ ਕਿਹਾ कि नथूराम गौडसे ਜਿਹੜਾ ਹੈਗਾ ਉਹ राष्ट्रपिता बनना चाहिए हैगा। विजय जी दिखानी जरा कि क्लिप जी प्लीज, थैंक यू। अभिषेक उस साइड जाओ, दादा उस साइड जाओ, बहन जी इधर आओ, सभी उस साइड जाइए। अभी चलाना नहीं अभी तो फोटो सेशन हो। आप जो कर रहे करो। दर्शकों तुसी ये देखा क्लिप और रोंगटे खड़े करने वाला ये क्लिप हैगा, और देश का राष्ट्र पिता होवे जिन्हों सारे ही कहते हिंदू कहते आ भाई बापू गांधी। और पहले क्लिप दे विच जिहड़ा बोलदा सीगा वो रब मन के कहता हैगा कि बापू गांधी के जन्मदिन के उत्ते जन्मदिन के उत्ते 2 अक्तूबर नूं असी ये आके मुहिम शुरू करांगे भारत नूं एक हिंदू राष्ट्र बनाउण दी। और उस गांधी दा ये हाल करदे आ, वो करदा कौन आ? मैंबर ऑफ पार्लीमेंट जिहड़ी बीजेपी दी मैंबर ऑफ पार्लीमेंट प्रज्ञा जिहड़ी साधवी हैगी आ। और ਉਹਦਾ ਕਰਨ ਦਾ ਦੇ ਨਾਲ ਇਹ ਵੀ ਆ ਕਿ ਨਾਰੇ ਲੱਗਦੇ ਆ ਜੀ। ਇੱਕ ਖੂਨੀ ਜਿਹੜਾ ਭਾਰਤ ਦੇ ਕਾਨੂੰਨ ਦੇ ਥੱਲੇ ਖੂਨੀ ਜਿਹਨੂੰ ਕਿ ਸਜ਼ਾ ਮਿਲ ਚੁੱਕੀ ਆ, ਖਤਮ ਹੋ ਚੁੱਕਾ ਹੈ, ਭਾਰਤ ਦਾ ਪਹਿਲਾ ਅੱਤਵਾਦੀ, ਮਤਲਬ ਉਹਨੂੰ ਤੁਸੀਂ ਕਹਿੰਦੇ ਆ ਅਸੀਂ ਉਹ ਭਾਰਤ ਦਾ ਪਹਿਲਾ ਅੱਤਵਾਦੀ ਹੋਇਆ ਭਾਰਤ ਦੀ ਹਿਸਟਰੀ। ਬਹੁਤ ਲੋਕਾਂ ਨੇ ਕਿਹਾ, ਮੈਂ ਤੁਹਾਨੂੰ ਇੱਕੋ ਹੀ ਦੱਸ ਦਿੰਦਾ ਪਿਆਰੇ ਦਰਸ਼ਕੋ, ਇਹ ਆ ਕਿ ਪੁਰਾਣੀ ਇੱਕ ਖਬਰ ਸੀਗੀ, ਕਮਲ ਹਸਨ ਜਿਹੜਾ ਐਕਟਰ ਡਾਇਰੈਕਟਰ ਔਰ ਹੁਣ ਪੋਲੀਟੀਸ਼ੀਅਨ ਹੈ, ਉਹਨੇ ਅਮਰ ਉਜਾਲਾ ਦੇ ਵਿੱਚ 19 ਮਈ 2019 ਨੂੰ ਇੱਕ ਬਿਆਨ ਦਿੱਤਾ ਸੀਗਾ। ਉਹਦੇ ਮੁਤਾਬਕ ਉਹਨੇ ਕਿਹਾ ਕਿ ਨਥੂਰਾਮ ਗੌਡਸੇ ਜਿਹੜਾ ਇਹ ਆ ਕਿ ਭਾਰਤ ਦਾ ਜਿਹੜਾ ਪਹਿਲਾ ਆਤੰਕਵਾਦੀ ਸੀਗਾ, ਭਾਰਤ ਦਾ ਆਤੰਕਵਾਦੀ ਨਥੂਰਾਮ ਗੌਡਸੇ ਪਹਿਲਾ ਸੀਗਾ। ਔਰ ਜਿਹੜਾ ਹਿੰਦੂ ਸ਼ਬਦ ਹੈਗਾ ਇਹ ਇੱਕ ਵਿਦੇਸ਼ੀ ਸ਼ਬਦ ਹੈਗਾ। ਭਾਰਤ ਦੇ ਪ੍ਰਾਚੀਨ ਜਿਹੜੇ ਹੈਗੇ ਗ੍ਰੰਥ ਹੈਗੇ ਆ, ਧਾਰਮਿਕ ਕਿਤਾਬਾਂ, ਹਿੰਦੂ ਦਾ ਲਫ਼ਜ਼ ਕਿਤੇ ਵੀ ਨਹੀਂ ਹੈ। ਇੱਕ ਮਤਲਬ ਰਾਜਸੀ ਨੇਤਾ ਇਸ ਲਈ ਹੈਗਾ, ਔਰ ਜਿਹੜਾ ਕਿ ਬਹੁਤ ਮੰਨਿਆ ਪਰਮੰਨਿਆ ਫਿਲਮ ਇੰਡਸਟਰੀ ਦੇ ਵਿੱਚ। ਹਾਂਜੀ ਤੁਸੀਂ ਕਹਿਣ ਲੱਗੇ ਫਿਰ ਜਿਹੜੇ ਨਾ ਗੌਡਸੇ ਮਾਰਕਾ ਬੰਦੇ ਹੈਗੇ ਆ, ਮਤਲਬ ਪਹਿਲੇ ਟੈਰਰਿਸਟ ਦੇ ਜਿਹੜੇ ਫਾਲੋਅਰਸ ਹੈਗੇ, ਮੰਨਣ ਵਾਲੇ ਹੈਗੇ, ਉਹ ਕਈਆਂ ਪਾਰਟੀਆਂ 'ਚ ਹੀ ਬੈਠੇ ਆ। ਬਿਲਕੁਲ ਬਿਲਕੁਲ। ਔਰ ਕਈ ਤਰਜਾਂ ਬੋਲਦੇ ਆ ਉਹ, ਕਈ ਵਾਰੀ ਕਹਿਣਗੇ ਜੀ ਸਾਡਾ ਧਰਮ ਸਾਰਿਆਂ ਤੋਂ ਪੁਰਾਣਾ, ਇਹ ਸਾਡੇ ਚੋਂ ਹਿੰਦੂਆਂ ਚੋਂ ਨਿਕਲੇ, ਤੇ ਹਿੰਦੂ ਦਾ ਲੇਟੈਸਟ ਥਿੰਗ ਆ। ਬਿਲਕੁਲ ਬਿਲਕੁਲ। ਹੁਣ ਉਹ ਕਹਿੰਦੇ ਮੁਸਲਮਾਨ ਵੀ ਹਿੰਦੂਆਂ ਚੋਂ ਨਿਕਲੇ ਆ, ਕ੍ਰਿਸਚਨ ਵੀ ਹਿੰਦੂਆਂ ਤੋਂ ਨਿਕਲੇ ਆ, ਸਿੱਖ ਵੀ ਹਿੰਦੂਆਂ ਚੋਂ ਨਿਕਲੇ ਹੈਗੇ, ਬੋਧੀ ਵੀ ਹਿੰਦੂਆਂ ਚੋਂ ਨਿਕਲੇ ਨਾ, ਦੱਸੋ। ਜਦੋਂ ਤਥਾਗਤ ਬੁੱਧ ਹੋਏ ਆ ਉਦੋਂ ਹਿੰਦੂ ਸ਼ਬਦ ਨਹੀਂ ਹੈ, ਜਦੋਂ ਕ੍ਰਿਸਚਨ ਹੋਇਆ ਉਦੋਂ ਹਿੰਦੂ ਸ਼ਬਦ ਨਹੀਂ ਹੈ, ਜਦੋਂ ਇਸਲਾਮ ਹੋਇਆ ਉਦੋਂ ਹਿੰਦੂ ਸ਼ਬਦ ਨਹੀਂ ਹੈ। ਤਾਂ ਹਿੰਦੂਆਂ ਚੋਂ ਕਿੱਥੋਂ ਨਿਕਲ ਗਏ? ਔਰ ਜਦੋਂ ਤਥਾਗਤ ਬੁੱਧ ਹੋਏ ਆ ਉਸ ਤੋਂ ਬਾਅਦ ਮੌਰੀਆ ਵੰਸ਼ ਦਾ ਰਾਜ ਆਉਂਦਾ ਆ। ਹਾਂਜੀ ਹਾਂਜੀ। ਮੌਰੀਆ ਵੰਸ਼ ਦਾ ਰਾਜ ਜਿਹੜਾ ਸੀ ਅਫਗਾਨਿਸਤਾਨ ਤੱਕ, ਬਰਮਾ ਤੱਕ, ਪੂਰਾ ਭਾਰਤ, ਸਾਰਾ ਦੂਰ ਦੂਰ ਤੱਕ। ਬਿਲਕੁਲ ਬਿਲਕੁਲ। ਔਰ ਉਹ ਸਾਰੇ ਹੀ ਬੁੱਧ ਧਰਮ ਨੂੰ ਮੰਨਣ ਵਾਲੇ, ਬਿਲਕੁਲ ਪਾਲੀ ਭਾਸ਼ਾ ਬੋਲਣ ਵਾਲੇ। ਉਸ ਵੇਲੇ ਸੰਸਕ੍ਰਿਤ ਦਾ ਕੋਈ ਨਾਮ ਨਿਸ਼ਾਨ ਨਹੀਂ ਹੈ। ਬਿਲਕੁਲ ਹਾਂਜੀ। ਸਮਰਾਟ ਅਸ਼ੋਕ ਦੇ ਜਿਹੜਾ ਸ਼ਿਲਾ ਲੇਖਿਆ ਉਹਨੇ ਪੜ੍ਹੇ ਗਏ 3-4 ਲੈਂਗੁਏਜਸ ਵਿੱਚ ਆ, ਪਰ ਉਹ ਸੰਸਕ੍ਰਿਤ ਵਿੱਚ ਕੋਈ ਨਹੀਂ ਹੈ। ਬਿਲਕੁਲ ਹਾਂਜੀ। ਉਹ ਮਗਧੀ ਵਿੱਚ ਜਿਹੜੇ ਮਤਲਬ ਪਾਲੀ ਭਾਸ਼ਾ ਦੇ ਵਿੱਚ ਹੈਗੇ ਆ, ਔਰ ਉਹ ਰੋਮਨ ਭਾਸ਼ਾ ਦੇ ਵਿੱਚ ਵੀ ਹੈਗੇ, ਪਰ ਸੰਸਕ੍ਰਿਤ ਵਿੱਚ ਨਹੀਂ ਹੈ। ਜਦੋਂ ਇਹ ਗੱਲ ਕਰਨਗੇ ਜੀ ਸੰਸਕ੍ਰਿਤ ਤਾਂ ਬਹੁਤ ਪੁਰਾਣੀ ਆ, ਬਹੁਤ ਪੁਰਾਣੀ ਸਾਰੀਆਂ ਭਾਸ਼ਾਵਾਂ ਉਹਦੇ 'ਚੋਂ ਨਿਕਲੀਆਂ, ਦੱਸੋ। ਜਿਹੜੀ ਈਵਨ ਜਿਹੜਾ ਜੇਮਸ ਪ੍ਰਿੰਸੈਪ ਗੋਰਾ, ਉਹਨੇ ਮਤਲਬ ਅੰਗਰੇਜ਼ ਨੇ 1837 ਦੇ ਵਿੱਚ ਜਿਹੜੀਆਂ ਸ਼ਿਲਾ ਲੇਖ ਹੈਗੇ ਸਮਰਾਟ ਅਸ਼ੋਕ ਦੇ, ਉਹ ਪੜ੍ਹੇ। ਹਾਂਜੀ ਹਾਂਜੀ। ਉਸ ਤੋਂ ਪਹਿਲਾਂ ਉਹ ਵੀ ਨਹੀਂ ਸੀ ਪੜ੍ਹ ਹੁੰਦੇ। ਹਾਂਜੀ। ਮਤਲਬ ਸੰਸਕ੍ਰਿਤ ਤੋਂ ਉਦੋਂ ਨਾਮ ਨਿਸ਼ਾਨ ਹੀ ਨਹੀਂ ਸੀ ਕਦੇ ਵੀ। ਬਿਲਕੁਲ। ਜਦੋਂ ਵੀ ਗੱਲ ਕਰਦੇ ਜੀ ਸਾਡਾ ਧਰਮ ਸਭ ਤੋਂ ਪੁਰਾਣਾ, ਅਰੇ ਧਰਮ ਤਾਂ ਹੈ ਹੀ ਕੋਈ ਧਰਮ ਨਹੀਂ ਹੈਗਾ। ਬਿਲਕੁਲ। ਬਾਬਾ ਸਾਹਿਬ ਦੀ ਰੀਡਰਸ ਨੇ ਹਿੰਦੂਇਜ਼ਮ ਪੜ੍ਹ ਕੇ ਦੇਖ ਲਓ, ਉਹ ਕਹਿੰਦਾ ਕੋਈ ਧਰਮ ਨਹੀਂ ਹੈਗੇ। ਗਾਂਧੀ ਨੇ ਕਹਿੰਦਾ ਵੀ ਕੋਈ ਧਰਮ ਨਹੀਂ, ਸ਼ਾਇਦ ਤਾਂ ਹੀ ਗੋਲੀ ਮਾਰ ਦਿੱਤੀ ਉਹਨੂੰ।
ਆਪਣੇ ਮਹਾਤਮਾ ਗਾਂਧੀ ਜੀ ਨੂੰ ਹਾਂ। ਤੇ ਔਰ ਜਿਹੜਾ ਹੁਣ ਮੋਹਨ ਭਾਗਵਤ ਜੀ ਆ ਉਹ ਕਹਿੰਦੇ ਇਹ ਕਲਚਰ ਆ, ਧਰਮ ਨਹੀਂ ਹੈਗਾ ਕੋਈ ਵੀ। ਬਿਲਕੁਲ ਹਾਂਜੀ। ਫਿਰ ਇਹ ਧਰਮ ਦੇ ਨਾਂ ਤੇ ਕਹਿੰਦੇ ਕਿ ਹਿੰਦੂ ਹਿੰਦੁਸਤਾਨ ਸਾਨੂੰ ਸਟੇਟ ਚਾਹੀਦੀ। ਹਾਂਜੀ। ਜੇ ਇੰਨਾ ਹੀ ਇਹਨਾਂ ਨੂੰ ਹਿੰਦੁਸਤਾਨ ਹੈਗਾ, ਜਿੱਥੋਂ ਆਏ ਉੱਥੇ ਜਾ ਕੇ ਬਣਾ ਲੈਣਾ। ਦੇਖੋ ਮੈਂ ਤਾਂ ਉਹੀ ਗੱਲ ਕਹੀ ਆ ਕਿ ਆਜ਼ਾਦੀ ਦੇ ਟਾਈਮ ਤੇ ਅੰਗਰੇਜ਼ਾਂ ਤੋਂ ਲੈ ਲੈਂਦੇ ਹਾਂਜੀ, ਕੁਰਬਾਨੀਆਂ ਦਿੰਦੇ। ਦੇਖੋ ਨਾ, ਅਸੀਂ ਤਾਂ ਕਹਿੰਦੇ ਭਾਰਤ ਦਾ ਸੰਵਿਧਾਨ ਇਹ ਕਹਿੰਦਾ ਵੀ ਜਿਹੜੇ ਭਾਰਤ ਦੇ ਵਿੱਚ ਰਹਿੰਦੇ ਉਹ ਸਾਰੇ ਹੀ ਭਾਰਤੀ ਆ, ਆਪਣੀ ਆਜ਼ਾਦੀ ਹੈ, ਜਿਹੜੇ ਧਰਮ ਨੂੰ ਮਰਜ਼ੀ ਮੰਨਣ, ਆਪਣੇ ਤਰੀਕੇ ਨਾਲ ਰਹਿਣ, ਰਹਿ ਸਕਦੇ ਆ। ਬਿਲਕੁਲ। ਪਰ ਇਹ ਕਿਉਂ ਸਾਡੇ ਭਾਰਤ ਦੇ ਵਿੱਚ ਨਫ਼ਰਤ ਹੀ ਫੈਲਾਈ ਜਾਂਦੇ ਆ, ਤਸ਼ੱਦਦ ਜਿਹੜੇ ਤਸ਼ੱਦਦ ਕਰਦੇ ਆ। ਹਾਂ ਦੇਖੋ ਇੱਕ ਗੱਲ ਮੈਂ ਬਹੁਤ ਲੰਮੀ ਸੋਚਦਾ ਪਿਆਰੇ ਦਰਸ਼ਕੋ, ਭਈ ਜੇ ਇਹੋ ਜਿਹੇ ਲੋਕ ਜਿਹੜੇ ਹੈਗੇ ਆ ਇਸ ਲਈ ਜਿਨ੍ਹਾਂ ਦੇ 2 ਕਲਿੱਪ ਦਿਖਾਏ ਆ, ਜੇ ਇਹਨਾਂ ਦੇ ਸੁਪਨੇ ਜਿਹੜੇ ਆ ਸਾਕਾਰ ਹੋ ਜਾਂਦੇ ਆ, ਭਈ ਫਰਜ਼ ਕਰ ਲਓ ਹਿੰਦੁਸਤਾਨ ਹਿੰਦੁਸਤਾਨ ਬਣ ਜਾਂਦਾ ਔਰ ਰਾਸ਼ਟਰਪਿਤਾ ਜਿਹੜਾ ਗੋਡਸੇ ਬਣ ਜਾਂਦਾ ਔਰ ਪ੍ਰਗਿਆ ਜਿਹੜੀ ਹੈਗੀ ਆ ਠਾਕਰ ਉਹ ਪ੍ਰਧਾਨ ਮੰਤਰੀ ਬਣ ਜਾਂਦੀ, ਤਾਂ ਭਾਰਤ ਦੇ ਵਿੱਚ ਕੀ ਹਾਲਾਤ ਹੁੰਦੇ। ਦੇਖੋ ਮੈਂ ਤੁਹਾਨੂੰ ਉਹਦਾ ਦੱਸਦਾ। ਸਾਡੇ ਕੋਲ 2-3-4 ਬੰਦੇ ਹੈਗੇ ਆ, ਵਿਜੇ ਮਾਲੀਆ ਹੋਇਆ, ਨੀਰਵ ਮੋਦੀ ਹੋਇਆ, ਇੱਕ ਨੂੰ ਜਹਾਜ਼ ਲੈਣ ਭੇਜਿਆ ਆ, ਕੀ ਉਹਦਾ ਨਾਂ ਹੈਗਾ ਮੋਹਤ ਚੌਕਸੀ, 13,500 ਕਰੋੜ ਦਾ ਜਹਾਜ਼ ਭੇਜਿਆ। ਦੇਖੋ ਅਫਰੀਕਨ ਮੁਲਕਾਂ ਦੇ ਵਿੱਚ ਉਹਦਾ ਕੋਰਟ ਦੇ ਵਿੱਚ ਅੱਜ ਕੇਸ ਚੱਲਦਾ ਸੀ। ਔਰ ਜੇ ਇਹ ਬਣ ਜਾਣ ਸਾਰੇ ਅੱਧੇ ਕੁ ਮਹੰਤ ਹੋਰ ਆ ਜਾਣ ਭਾਰਤ ਦੇ ਵਿੱਚ, ਮੰਨ ਲਓ ਪਾਰਲੀਮੈਂਟ ਦੇ ਵਿੱਚ, ਉਹ ਹੋਣੇ ਆ। ਭਾਰਤ ਦਾ ਜਿਹੜਾ ਧਰਤੀ ਆ, ਮੈਂ ਤੁਹਾਨੂੰ ਦਾਅਵੇ ਨਾਲ ਕਹਿਣਾ ਕਿ ਲੁਟੇਰਿਆਂ ਦੇ ਹੱਥ ਆ ਜਾਏਗੀ। ਇਹ 5-7 ਲੁਟੇਰੇ ਆ, ਬਹੁਤ ਲੁਟੇਰੇ ਹੋ ਜਾਣਗੇ। ਇਹਲੇ ਇਹ ਆ ਕਿ ਭਾਰਤ ਨੂੰ ਲੁੱਟ ਕੇ ਬਾਹਰ ਲੈ ਗਏ, ਅੱਧਾ ਜਿਹੜਾ ਧਨ ਹੈ ਬਾਹਰ ਲੈ ਗਏ ਹੈ ਜੀ। ਔਰ ਜੇ ਇਹੋ ਜਿਹੇ ਜਿਹੜੇ ਹੈਗੇ ਆ ਅੱਤਵਾਦੀ ਹੈਗੇ ਆ, ਜਿਹੜੇ ਭਗਵਾਂ ਪਾ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਉਹ ਪਾਰਲੀਮੈਂਟ ਦੇ ਵਿੱਚ ਆ ਕੇ ਇੰਚਾਰਜ ਬਣ ਗਏ, ਭਾਰਤ ਦੀ ਬਾਗਡੋਰ ਸੰਭਾਲ ਲਈ। ਇਹਲੇ ਇੰਨੀ ਕੀ ਸੰਭਾਲੀ ਜਿਹੜੀ ਆ ਉਹ ਸਾਨੂੰ ਹਜਮ ਨਹੀਂ ਹੁੰਦੀ, ਨਾ ਸਾਨੂੰ ਹੋਣ ਦਿੰਦੇ ਆ। ਜੇ ਇਹੋ ਜਿਹੇ ਆ ਗਏ ਤਾਂ ਕੀ ਹਾਲਾਤ ਹੋਣਗੇ, ਇਹ ਸੋਚਣ ਦੀ ਗੱਲ ਹੈਗੀ। ਹੁਣ ਮੁਸਲਮਾਨਾਂ ਦੇ ਖਿਲਾਫ ਭੜਕਾਉਂਦੇ ਹੈਗੇ ਹਿੰਦੂ ਕਰਕੇ। ਜਦੋਂ ਰਿਜ਼ਰਵੇਸ਼ਨ ਦੀ ਗੱਲ ਕਰੋ ਉਦੋਂ ਕਹਿੰਦੇ ਤੁਸੀਂ ਸ਼ਡਿਊਲਡ ਕਾਸਟ ਹੈ, ਤੁਹਾਨੂੰ ਰਿਜ਼ਰਵੇਸ਼ਨ ਨਹੀਂ ਮਿਲਣੀ ਚਾਹੀਦੀ। ਅੱਜ ਤੱਕ ਰਿਜ਼ਰਵੇਸ਼ਨ ਪੂਰੀ ਨਹੀਂ ਕਰਦੇ। ਹੁਣ OBC ਨੂੰ 52% ਉਹਨਾਂ ਦੀ ਪਾਪੂਲੇਸ਼ਨ ਆ, ਉਹਨਾਂ ਨੂੰ 27% ਰਿਜ਼ਰਵੇਸ਼ਨ ਮਤਲਬ ਅਲਾਉ ਕਰਦੇ ਆ, ਪਰ ਪੂਰੀ 2% ਵੀ ਨਹੀਂ ਕਰਦੇ ਕਿਤੇ। ਉਹਦਾ ਵੀ ਵਿਰੋਧ ਕਰਦੇ ਆ। ਬਿਲਕੁਲ ਹਾਂਜੀ। ਜਿਹੜੇ ਸ਼ਡਿਊਲਡ ਟ੍ਰਾਈਬਸ ਆ ਉਹਨਾਂ ਦਾ ਵਿਰੋਧ ਕਰਦੇ ਹੈਗੇ ਆ। ਹੁਣ ਤੁਸੀਂ ਦੇਖੋ ਮੁਸਲਮਾਨਾਂ ਦੇ ਖਿਲਾਫ ਸਾਡੇ ਲੋਕਾਂ ਨੂੰ ਹਿੰਦੂ ਕਰਕੇ ਭੜਕਾਉਂਦੇ ਆ। ਕਦੀ ਕਿਸੇ ਮੁਸਲਮਾਨ ਨੇ ਸਾਡੀ ਰਿਜ਼ਰਵੇਸ਼ਨ ਦਾ ਵਿਰੋਧ ਕੀਤਾ? ਨਹੀਂ। ਕਦੀ ਉਹਨੇ ਕਿਹਾ ਕਿ ਤੁਸੀਂ ਸਾਡੇ ਮਸਜਿਦ ਦੇ ਮੋਹਰ ਦੀ ਨਹੀਂ ਲੰਘ ਸਕਦੇ ਜੀ? ਕਦੀ ਉਹਨੇ ਕਿਹਾ ਵੀ ਤੁਸੀਂ ਵਿਆਹੁਣ ਜਾਣਾ ਤਾਂ ਘੋੜੀ ਤੇ ਚੜ੍ਹ ਕੇ ਨਹੀਂ ਜਾ ਸਕਦੇ? ਜਾਂ ਉਹਨੇ ਕਦੀ ਕਿਹਾ ਵੀ ਤੁਹਾਡੇ ਮੁੱਛਾਂ ਰੱਖ ਲਈਆਂ ਤਾਂ ਅਸੀਂ ਤੁਹਾਨੂੰ ਕੁੱਟਾਂਗੇ? ਜਾਂ ਉਹਨੇ ਕੁੱਟਿਆ ਕਦੀ? ਜਿਹੜੇ ਆ ਹਿੰਦੂ ਸਾਨੂੰ ਦੱਸਦੇ ਹੈਗੇ ਆ, ਇਹੀ ਸਾਡੇ ਲੋਕਾਂ ਨੂੰ ਜਦੋਂ ਕੋਈ ਮੁੱਛਾਂ ਵੀ ਰੱਖ ਲੈਂਦਾ ਤਾਂ ਉਹਨੂੰ ਕੁੱਟਣ ਲੱਗ ਪੈਂਦੇ ਆ। ਪਤਾ ਕੀ ਹੋਣਾ, ਜਿਹੜੀ ਮੈਂ ਗੱਲ ਕਹੀ ਆ ਭਾਈ, ਜੇ ਇਹਨਾਂ ਦੀ ਜਿਹੜੀ ਮਨ ਦੀ ਮਨਸ਼ਾ ਪੂਰੀ ਹੋ ਗਈ, ਹਿੰਦੁਸਤਾਨ ਤੇ ਭਾਰਤ ਦਾ ਜੋ ਸੰਵਿਧਾਨ ਹੈ ਖਤਮ। ਕੀ ਹੋਏਗਾ? ਪੂਰੀ ਹੋ ਜਾਊਗੀ। ਕੀ ਹੋਏਗਾ ਮੈਂ ਇਹ ਗੱਲ ਦੱਸਣੀ ਚਾਹੁੰਦਾ। ਉਹ ਰਿਜ਼ਲਟ ਕੀ ਮੰਗਦੇ ਆ? ਉਹ ਇਹ ਆ ਕਿ ਮਨੂ ਸਿਮ੍ਰਿਤੀ ਆਏਗੀ ਜੀ, ਠੀਕ ਹੈ। ਉਹ ਚਾਹੁੰਦੇ ਆ ਕਿ ਮਨੂ ਸਿਮ੍ਰਿਤੀ ਜਿਹੜਾ ਆ ਸਾਡਾ ਸੰਵਿਧਾਨ ਹੈ, ਜਿਹਦੇ ਵਿੱਚ ਇਹ ਆ ਕਿ ਬਹੁਤ ਸਾਰੇ ਅੱਜ ਤਾਈਂ ਭਾਰਤ ਜਿਹੜਾ ਹੈਗਾ ਉਹਦੇ ਖਨਿਆਜੇ ਭੁਗਤ ਰਿਹਾ ਹੈਗਾ ਹੈ ਜੀ। ਭਾਰਤ ਕਦੀ ਗੁਲਾਮ ਨਹੀਂ ਹੋਣਾ ਸੀਗਾ ਪਿਆਰੇ ਦਰਸ਼ਕੋ, ਜੇ ਮਨੂ ਸਿਮ੍ਰਿਤੀ ਨਾ ਹੁੰਦੀ। ਲੋਕਾਂ ਦੀ ਜਿਹੜੀ ਇਹ ਕਹਿੰਦੇ ਕਿ ਕਿੱਤੇ ਦੇ ਹਿਸਾਬ ਨਾਲ ਵੰਡ ਹੈਗੀ ਆ, ਜੇ ਕਿੱਤੇ ਦੇ ਹਿਸਾਬ ਨਾਲ ਵੰਡ ਨਾ ਹੁੰਦੀ ਤਾਂ ਭਾਰਤ ਨੂੰ ਇਹ ਆ ਕਿ ਬਚਾਉਣ ਲਈ ਸਾਰੇ ਹੀ ਜਿਸ ਤਰ੍ਹਾਂ ਹੁਣ ਇਕੱਠੇ ਆ, ਠੀਕ ਹੈ ਨਹੀਂ, ਹੁਣ ਇਕੱਠੇ ਆ ਭਾਰਤ ਨੂੰ ਬਚਾਉਣ ਲਈ, ਅਲੱਗ-ਅਲੱਗ ਜਾਤਾਂ ਦੇ, ਅਲੱਗ-ਅਲੱਗ ਧਰਮਾਂ ਦੇ, ਅਲੱਗ-ਅਲੱਗ ਫਿਰਕਿਆਂ ਦੇ ਸਾਰੇ ਆਰਮੀ ਦੇ ਵਿੱਚ ਜਾ ਸਕਦੇ, ਭਾਰਤ ਨੂੰ ਬਚਾ ਸਕਦੇ ਆ। ਪਰ ਉਹ ਜਿਹੜੀ ਵੰਡ ਸੀਗੀ ਉਸ ਟਾਈਮ ਦੀ, ਸਦੀਆਂ ਪਹਿਲਾਂ ਹੀ 16ਵੀਂ 17ਵੀਂ 15ਵੀਂ 16ਵੀਂ ਸਦੀ ਦੇ ਵਿੱਚ ਸਿਰਫ ਇਹ ਸੀਗਾ ਕਿ ਛਤਰੀ ਜਿਹੜੇ ਸੀਗੇ ਉਹੋ ਹੀ ਬਚਾ ਸਕਦੇ ਸੀਗੇ ਹੈ ਜੀ। ਬਾਕੀ
ਇੱਕ ਆ ਕਿ ਘੰਟੀਆਂ ਵਜਾਈ ਜਾਣ, ਦੂਜਿਆਂ ਨੂੰ ਉੱਦਾਂ ਹੀ ਬਿਲਕੁਲ ਨਕਾਰੇ ਕੀਤਾ ਸੀਗਾ, ਅਛੂਤ ਬਣਾਇਆ ਸੀਗਾ। ਸੋ ਭਾਰਤ ਦੀ ਜਿਹੜੀ ਗੁਲਾਮੀ ਦਾ ਕਾਰਨ ਸੀਗਾ ਉਹ ਇੱਕ ਮਨੂ ਸਿਮਰਿਤੀ ਸੀਗਾ। ਦੁਬਾਰਾ ਲੈ ਆਓਗੇ ਭਾਰਤ ਫੇਰ ਗੁਲਾਮ। ਹਾਂਜੀ ਤੁਸੀਂ ਕਰਕੇ ਅਸੀਂ ਭਾਰਤ ਜਿਹੜਾ ਨਾ ਕਦੀ ਵੀ ਹਿੰਦੂ ਰਾਸ਼ਟਰ ਨਹੀਂ ਰਿਹਾ। ਹਾਂ, ਕਿਸੇ ਇੱਕ ਹਿੱਸੇ ਵਿੱਚ ਨਹੀਂ, ਮਤਲਬ ਮਾੜਾ ਮੋਟਾ ਇੱਥੇ ਰਿਹਾ, ਕਦੀ ਕਿਸੇ ਇੱਕ ਹਿੱਸੇ 'ਚ ਰਿਹਾ। ਪਰ ਜੇ ਕਿ ਹਿੰਦੂ ਰਾਸ਼ਟਰ ਜਿੱਦਾਂ ਸਮਰਾਟ ਅਸ਼ੋਕ ਦਾ ਰਾਜ ਸੀਗਾ, ਇਸ ਤਰੀਕੇ ਨਾਲ ਕਦੀ ਰਾਜ ਹੋਇਆ ਹੋਊਗਾ, ਇਹ ਕਦੀ ਨਹੀਂ ਹੋਇਆ। ਔਰ ਜੇ ਕਹਿਣਗੇ ਮੁੜ ਕੇ ਕਦੀ ਹਿੰਦੂ ਰਾਸ਼ਟਰ ਹੋਊਗਾ, ਇਹ ਵੀ ਕਦੀ ਨਹੀਂ ਹੋਣਾ। ਹਾਂਜੀ ਹਾਂਜੀ, ਬੁਲਾ ਦਿਓ ਉਹਨਾਂ ਨੂੰ। ਹੈਲੋ ਜੀ, ਹੈਲੋ ਜੀ ਝੁੰਮਰ ਜੀ। हाँ जी, की कहना चाਹੁੰਦੇ? ਤੁਹਾਡਾ ਸਵਾਗਤ ਹੈ ਅਗੇਨ। ਜੈ ਜੀ ਜਬਰ। हाँ जी, ਸਾਡੀਆਂ ਮੈਂ ਗੱਲਾਂ ਸੁਣ ਕੇ जी ਦਰਜਾ ਲਾਇਆ। ਸਮਰਾਟ ਸੋਚ ਗਏ जी ਪਰ ਇਹ ਗੱਲ ਵੀ ਸਾਡੇ ਖਿਆਲ ਜੋ ਵੀ ਆ, ਇਹ ਜਿੰਨਾ ਵੀ ਮਜ਼ਹਬ ਆਇਆ जी ਇਹ ਈਰਾਨ ਤੋਂ ਆਇਆ। हाँ क्योंकि मैं गया दिल्ली कालका जी से देखा जी लोटस तक। हाँ जी, लोटस देखा जी। मैं देखा, मैं से भगवान लोर दा हाँ हाँ भगवान लोर दिया हाँ हाँ और ईरानी से जी फिर ये पता लगे ईरानी जी जी उन्हें नवा उन्हें कितना का भाई 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 जी। मेरा मतलब यही कहना था, कुछ जरा नहीं जी जी जो है ना भगवान बाकी से। पर मैं ये कहना जरा ईरान का अपने दखल बहुत आ। थैंक यू। हाँ जी, ਥੈਂਕ ਯੂ ਜੀ। ਥੈਂਕ ਯੂ ਜੀ ਝੁੰਮਰ ਜੀ। ਹੁਣ ਦੇਖੋ ਕਈ ਵਾਰੀ ਗੱਲ ਕਰਦੇ ਨਾ ਵੀ ਸਾਰਾ ਕੁਝ ਹਿੰਦੂ ਪਹਿਲਾਂ ਹਿੰਦੂ ਸੀ। ਅਸੀਂ ਜਦੋਂ ਆਪਾਂ ਗੱਲ ਕਰਦੇ ਈਵਨ ਤਥਾਗਤ ਬੁੱਧ ਤੋਂ ਪਹਿਲਾਂ ਵੀ ਜਦੋਂ ਜਿਹੜਾ ਸ਼ਿਸ਼ੂ ਨਾਗ ਇੱਕ ਸੀਗਾ, ਨਾਗਵੰਸ਼ ਦਾ ਮੋਢੀ ਸੀ। ਬਿਲਕੁਲ ਨਾਗਵੰਸ਼ ਉਹਨਾਂ ਨੇ ਸਟਾਰਟ ਹੋਇਆ 642 BC ਦੇ ਵਿੱਚ। ਔਰ ਉਹ ਜਿਹੜੇ ਮੂਲ ਨਿਵਾਸੀ ਸੀ, ਕੋਈ ਆਰੀਅਨ ਨਹੀਂ ਸੀ ਉਹਨਾਂ 'ਚ। ਨਾਗਵੰਸ਼ ਨੇ 100 ਸਾਲ ਰਾਜ ਕੀਤਾ, 100 ਸਾਲ ਤੋਂ ਵੀ ਜ਼ਿਆਦਾ ਕੀਤਾ ਹੈਗਾ ਉਹਨਾਂ ਨੇ। ਫਿਰ ਉਸ ਤੋਂ ਬਾਅਦ ਨੰਦ ਵੰਸ਼ ਆਇਆ। ਨੰਦ ਵੰਸ਼ ਨੇ 100 ਸਾਲ ਤੱਕ ਰਾਜ ਕੀਤਾ ਜੀ। ਉਹ ਵੀ ਜਿਹੜੇ ਸੀਗੇ ਮੂਲ ਨਿਵਾਸੀ ਸੀਗੇ, ਆਰੀਅਨ ਨੇ ਆਦੀਵਾਸੀ ਸੀਗੇ। ਔਰ ਉਸ ਤੋਂ ਬਾਅਦ ਮੌਰੀਆ ਵੰਸ਼ ਆਉਂਦਾ ਹੈ, ਚੰਦਰਗੁਪਤ ਮੌਰੀਆ ਤੋਂ ਸ਼ੁਰੂ ਹੋ ਕੇ ਬ੍ਰਿਹਦਰਥ ਮੌਰੀਆ ਤੱਕ। ਔਰ ਉਹ ਵੀ ਜਿਹੜੇ ਸੀਗੇ ਖੱਤਰੀ ਨਹੀਂ ਸੀ, ਉਹ ਮੂਲ ਨਿਵਾਸੀ ਸੀਗੇ। ਮਤਲਬ ਉਹ ਇੱਥੇ ਦੇ ਜਿਹੜੇ ਬਹੁਜਨ ਸਮਾਜ ਦੇ ਗੋਲਡਨ ਏਜ ਕਿਹਾ ਜਾਂਦਾ ਭਾਰਤ ਦੀ ਹਿਸਟਰੀ। ਉਸ ਤੋਂ ਬਾਅਦ ਪਹਿਲੀ ਸਦੀ ਵਿੱਚ ਕਨਿਸ਼ਕ ਦਾ ਰਾਜ ਰਹਿੰਦਾ ਬਹੁਤ ਵੱਡੇ ਹਿੱਸੇ ਦੇ ਵਿੱਚ। ਫਿਰ ਉਸ ਵਿੱਚ 6ਵੀਂ ਸਦੀ ਵਿੱਚ ਹਰਸ਼ਵਰਧਨ ਦਾ ਰਾਜ ਰਹਿੰਦਾ, ਜਿਹੜਾ ਬੁੱਧਿਸਟ ਰਾਜਾ ਸੀਗਾ। ਔਰ ਇਹ ਸਾਰੇ ਕਸ਼ਤਰੀ ਨਹੀਂ ਸੀ। ਕਸ਼ਤਰੀਆਂ ਦਾ ਜਿਹੜਾ ਆਪਾਂ ਜਿਹਨੂੰ ਬ੍ਰਾਹਮਣ ਰਾਜ ਕਹਿੰਦੇ ਆ, ਇੱਕਾ ਦੁੱਕਾ ਰਾਹੇ ਬਗਾਹੇ ਕਿਤੇ ਕਿਤੇ ਛੋਟੀਆਂ ਮੋਟੀਆਂ ਸਟੇਟਾਂ ਦੇ ਵਿੱਚ ਸੀਗਾ। ਜਦੋਂ ਪੁਸ਼ਯਮਿੱਤਰ ਸ਼ੁੰਗ ਨੇ ਬ੍ਰਿਹਦਰਥ ਮੌਰੀਆ ਦਾ ਕਤਲ ਕੀਤਾ, ਉੱਥੋਂ ਇਹਨੂੰ ਭੱਜਣਾ ਪਿਆ ਪਾਟਲੀਪੁੱਤਰ ਤੋਂ। ਅੱਛਾ, ਹਾਂਜੀ। ਉੱਥੋਂ ਭੱਜ ਕੇ ਫਿਰ ਅਯੋਧਿਆ ਵਿੱਚ ਆ ਕੇ ਜਿਹੜੀ ਸਾਕੇਤ ਸੀਗੀ, ਉਹਦਾ ਨਾਮ ਫਿਰ ਅਯੋਧਿਆ ਉੱਥੇ ਰੱਖਿਆ। ਜੇ ਤੁਸੀਂ ਮਹਾਰਾਜ ਸਮਰਾਟ ਅਸ਼ੋਕ ਦਾ ਤੁਸੀਂ ਉਹਦਾ ਦੇਖੋ ਕਿੱਥੇ ਕਿੱਥੇ ਰਾਜ ਸੀਗਾ। ਔਰ ਜੇ ਤੁਸੀਂ ਪੁਸ਼ਯਮਿੱਤਰ ਸ਼ੁੰਗ ਦਾ ਰਾਜ ਦੇਖੋ, ਉਹਦਾ ਇੰਨਾ ਕੁ ਲੱਗਦਾ ਛੋਟਾ ਜਿਹਾ। ਬਿਲਕੁਲ, ਹਾਂਜੀ। ਤੇ ਇਸ ਤਰੀਕੇ ਨਾਲ ਹੈਗਾ। ਮਤਲਬ ਜਿਹੜਾ ਬਹੁਤ ਗਲਤ ਫਹਿਮੀਆਂ ਜਿਹੜੀਆਂ ਨਾ ਐਵੇਂ ਪ੍ਰਚਾਰ ਕਰੀ ਜਾਂਦੇ ਰਹਿੰਦੇ ਆ, ਐਵੇਂ ਹੀ ਕੋਈ ਹਕੀਕਤ ਨਹੀਂ ਹੈ। ਦੇਖੋ ਦੁਆਪਰ ਦੇ ਵਿੱਚ ਫਲਾਂ ਹੋਏ, ਤ੍ਰੇਤੇ ਵਿੱਚ ਫਲਾਂ ਹੋਏ, ਸਤਯੁਗ ਬਹੁਤ ਸੀਗਾ। ਪਰ ਇਹ 4000 ਸਾਲ ਹੋਇਆ ਉਧਰੋਂ ਆਰੀਅਨ ਲੋਕਾਂ ਨੂੰ ਆਇਆ ਨੂੰ। ਸਿੰਧੂ ਘਾਟੀ ਸਭਿਅਤਾ ਤੋਂ ਬਾਅਦ ਦੇ ਵਿੱਚ ਆਏ ਹੈਗੇ ਆ। ਸੋ ਜਿਹੜੇ ਲੋਕਾਂ ਨੂੰ ਵੀ ਆਪਣੇ ਜਿਹੜੇ ਜਿੰਨੇ ਵੀ ਸਾਥੀ ਹੈਗੇ, ਇਹਨਾਂ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ। ਔਰ ਜਿਹੜਾ ਇਤਿਹਾਸ ਸਹੀ ਹੈਗਾ ਉਹਨੂੰ ਜਾਣਨ ਦੀ ਕੋਸ਼ਿਸ਼ ਕਰਨੀ ਚਾਹੀਦੀ। ਅਸੀਂ ਉਮੀਦ ਵੀ ਰੱਖਦੇ ਹਾਂ ਗੌਰਮੈਂਟ ਕੋਲੋਂ ਕਿ ਜਿਹੜੇ ਇਹੋ ਜਿਹੇ ਬਿਆਨ ਦਿੱਤੇ ਆ ਉਹਨਾਂ ਦੇ ਖਿਲਾਫ ਉਹਨਾਂ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ। ਔਰ ਪਿਆਰੇ ਦਰਸ਼ਕੋ, ਸਾਡਾ ਮਕਸਦ ਕਿਸੇ ਨੂੰ ਨਿੰਦਣਾ ਨਹੀਂ ਸੀਗਾ। ਜੋ ਕੁਛ ਅਸੀਂ ਕਿਹਾ ਇਹ ਸਾਡੀ ਜ਼ਿੰਮੇਵਾਰੀ ਆ। ਕਾਂਸ਼ੀ ਟੀਮ ਇਹਦਾ ਬਿਲਕੁਲ ਜ਼ਿੰਮੇਵਾਰ ਨਹੀਂ ਹੈਗਾ। ਔਰ ਦੂਸਰੀ ਚੀਜ਼ ਇਹ ਹੈਗੀ ਆ ਕਿ ਇਹ ਜੋ ਕੁਛ ਹੋ ਰਿਹਾ ਭਾਰਤ ਦੇ ਵਿੱਚ, ਜੇਕਰ ਇੱਕ ਗਰੀਬ ਦੇ ਉੱਤੇ ਐਕਸ਼ਨ ਲੈ ਕੇ ਉਹਨੂੰ ਚੱਕ ਕੇ
ਉਹਨੂੰ ਕਾਲ ਕੋਠੜੀ ਦੇ ਵਿੱਚ ਸੁੱਟ ਕੇ 3 ਸਾਲ ਉੱਥੇ ਰੱਖਿਆ ਜਾਂਦਾ। ਜਿਹੜੇ ਵਿਧਾਨ ਦੀਆਂ ਧੱਜੀਆਂ ਉਡਾਉਂਦੇ ਹਨ, ਵਿਧਾਨ ਦੇ ਖਿਲਾਫ ਬੋਲਦੇ ਹਨ, ਉਹਨਾਂ ਦੇ ਉੱਤੇ ਵੀ ਐਕਸ਼ਨ ਹੋਣਾ ਚਾਹੀਦਾ। ਟਾਈਮ ਖਤਮ ਹੋ ਗਿਆ ਪਿਆਰੇ ਦਰਸ਼ਕੋ, ਸਾਡੇ ਵੱਲੋਂ ਜੈ ਗੁਰਦੇਵ, ਜੈ ਭੀਮ, ਜੈ ਭਾਰਤ। ਇਸੇ ਤਰ੍ਹਾਂ ਅਗਲੇ ਹਫ਼ਤੇ ਤੁਹਾਡੇ ਸਾਹਮਣੇ ਫਿਰ ਨਵਾਂ ਪ੍ਰੋਗਰਾਮ ਲੈ ਕੇ ਪੇਸ਼ ਹੋਵਾਂਗੇ। ਥੈਂਕ ਯੂ।